ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡੇਲ ਕਾਰਨੇਗੀ ਦੁਆਰਾ ਲਿਖੀ ਕਿਤਾਬ ਲੋਕ ਵਿਹਾਰ। ਲੋਕਾਂ ਤੋਂ ਕੰਮ ਲੈਣ ਦੇ ਮੌਲਿਕ ਗੁਰ। ਤੀਸਰਾ ਅਧਿਆਇ। ਜੋ ਇਹ ਕਰ ਸਕਦਾ ਹੈ ਸਾਰਾ ਸੰਸਾਰ ਉਸ ਦੇ ਨਾਲ ਹੈ, ਜੋ ਨਹੀਂ ਕਰ ਸਕਦਾ ਉਹ ਵੀਰਾਨ ਰਸਤੇ 'ਤੇ ਚੱਲਦਾ ਹੈ। ਮੈਂ ਹਰ ਸਾਲ ਮੇਨ ਨਦੀ ਵਿੱਚ ਮੱਛੀ ਦਾ ਸ਼ਿਕਾਰ ਕਰਨ ਜਾਇਆ ਕਰਦਾ ਹਾਂ। ਵਿਅਕਤੀਗਤ ਰੂਪ ਵਿੱਚ ਮੈਨੂੰ ਸਟ੍ਰਾਬੇਰੀ ਅਤੇ ਮਲਾਈ ਬਹੁਤ ਭਾਉਂਦੀਆਂ ਹਨ, ਪਰੰਤੂ ਮੈਂ ਮੱਛੀ ਫੜਨ ਜਾਂਦਾ ਹਾਂ ਤਾਂ ਮੈਂ ਇਹ ਨਹੀਂ ਸੋਚਦਾ ਕਿ ਮੈਂ ਕੀ ਚਾਹੁੰਦਾ ਹਾਂ। ਮੈਂ ਸੋਚਦਾ ਹਾਂ ਕਿ ਮੱਛੀ ਕੀ ਚਾਹੁੰਦੀ ਹੈ। ਮੈਂ ਕੰਢੇ 'ਤੇ ਸਟ੍ਰਾਬੇਰੀ ਅਤੇ ਮਲਾਈ ਲਾ ਕੇ ਪਾਣੀ ਵਿੱਚ ਨਹੀਂ ਪਾਉਂਦਾ, ਸਗੋਂ ਮੈਂ ਮੱਛੀ ਦੇ ਸਾਹਮਣੇ ਕੋਈ ਕੀੜਾ ਜਾਂ ਝਿਮੂਰ ਲਟਕਾ ਕੇ ਕਹਿੰਦਾ ਹਾਂ, ਕੀ ਤੂੰ ਇਸ ਨੂੰ ਖਾਣਾ ਪਸੰਦ ਨਹੀਂ ਕਰੇਂਗੀ? ਮਨੁੱਖ ਨੂੰ ਫੜਦੇ ਸਮੇਂ ਵੀ ਇਸੇ ਵਿਹਾਰ ਬੁੱਧੀ ਦਾ ਪ੍ਰਯੋਗ ਕਿਉਂ ਨਾ ਕੀਤਾ ਜਾਵੇ। ਲਾਇਡ ਜਾਰਜ ਇਹੀ ਕਰਦਾ ਸੀ। ਜਦੋਂ ਕਿਸੇ ਨੇ ਉਸ ਤੋਂ ਪੁੱਛਿਆ ਕਿ ਮਹਾਯੁੱਧ ਦੇ ਸਮੇਂ ਦੇ ਦੂਸਰੇ ਨੇਤਾਵਾਂ ਵਿਲਸਨ, ਆਰਲੇਡੋ ਅਤੇ ਕਲੀਮਨਸ਼ੋ ਦੇ ਕੱਢ ਦਿੱਤੇ ਜਾਣ ਅਤੇ ਭੁਲਾ ਦਿੱਤੇ ਜਾਣ ਦੇ ਬਾਅਦ ਵੀ ਤੁਸੀਂ ਤਾਕਤ ਨੂੰ ਆਪਣੇ ਹੱਥ ਵਿੱਚ ਫੜੀ ਰੱਖਣ ਦਾ ਕਿਵੇਂ ਪ੍ਰਬੰਧ ਕੀਤਾ ਸੀ, ਤਾਂ ਉਸਨੇ ਉੱਤਰ ਦਿੱਤਾ ਕਿ ਜੇ ਮੇਰੇ ਚੋਟੀ 'ਤੇ ਟਿਕੇ ਰਹਿਣ ਦਾ ਕੋਈ ਇੱਕ ਕਾਰਨ ਕਿਹਾ ਜਾ ਸਕਦਾ ਹੈ ਤਾਂ ਸੱਚਮੁੱਚ ਉਹ ਇਹੀ ਹੈ ਕਿ ਮੈਂ ਜਾਣਦਾ ਹਾਂ ਕਿ ਜੈਸੀ ਮੱਛਲੀ ਹੋਵੇ ਉਸ ਨੂੰ ਫੜਨ ਦੇ ਲਈ ਕੰਢੇ 'ਤੇ ਉਸ ਦੇ ਅਨੁਕੂਲ ਹੀ ਚਾਰਾ ਲਾਉਣਾ ਚਾਹੀਦਾ ਹੈ। ਜੋ ਚੀਜ਼ ਅਸੀਂ ਚਾਹੁੰਦੇ ਹਾਂ ਉਸ ਦੇ ਵਿਸ਼ੇ ਵਿੱਚ ਕਿਉਂ ਗੱਲ ਕੀਤੀ ਜਾਵੇ? ਇਹ ਤਾਂ ਬੱਚਿਆਂ ਵਰਗੀ ਗੱਲ ਹੈ, ਬੇਹੂਦਗੀ ਹੈ। ਇਹ ਠੀਕ ਹੈ, ਜੋ ਕੁਝ ਤੁਸੀਂ ਚਾਹੁੰਦੇ ਹੋ ਤੁਹਾਡੀ ਉਸੇ ਵਿੱਚ ਦਿਲਚਸਪੀ ਹੈ, ਤੁਹਾਡਾ ਉਸੇ ਵਿੱਚ ਅਥਾਹ ਪਿਆਰ ਹੈ, ਪਰੰਤੂ ਕਿਸੇ ਦੂਸਰੇ ਨੂੰ ਉਸ ਵਿੱਚ ਕੁਝ ਵੀ ਦਿਲਚਸਪੀ ਨਹੀਂ। ਅਸੀਂ ਸਾਰੇ ਬਾਕੀ ਲੋਕ ਠੀਕ ਤੁਹਾਡੇ ਜਿਹੇ ਹੀ ਹਾਂ। ਅਸੀਂ ਉਸੇ ਵਿੱਚ ਦਿਲਚਸਪੀ ਰੱਖਦੇ ਹਾਂ ਜਿਸ ਦੀ ਸਾਨੂੰ ਚਾਹ ਹੈ। ਇਸ ਲਈ ਦੂਸਰੇ ਵਿਅਕਤੀ ਨੂੰ ਪ੍ਰਭਾਵਿਤ ਕਰਨ ਦੀ ਸੰਸਾਰ ਵਿੱਚ ਇਹ ਹੀ ਰੀਤੀ ਹੈ, ਅਤੇ ਉਹ ਇਹ ਹੈ ਕਿ ਉਸੇ ਚੀਜ਼ ਦੇ ਸੰਬੰਧ ਵਿੱਚ ਗੱਲਬਾਤ ਕਰੋ ਜਿਸ ਦੀ ਉਸ ਨੂੰ ਜ਼ਰੂਰਤ ਹੈ, ਅਤੇ ਉਸ ਨੂੰ ਪ੍ਰਾਪਤ ਕਰਨ ਦੀ ਵਿਧੀ ਦੱਸੋ। ਕੱਲ੍ਹ ਜਦੋਂ ਤੁਸੀਂ ਕਿਸੇ ਤੋਂ ਕੋਈ ਕੰਮ ਕਰਾਉਣ ਦਾ ਯਤਨ ਕਰੋ ਤਾਂ ਇਸ ਗੱਲ ਨੂੰ ਨਾ ਭੁੱਲੋ। ਉਦਾਹਰਨ ਦੇ ਤੌਰ 'ਤੇ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੇਟਾ ਸਿਗਰਟ ਪੀਣਾ ਛੱਡ ਦੇਵੇ ਤਾਂ ਉਸ ਨੂੰ ਉਪਦੇਸ਼ ਨਾ ਦਿਓ, ਅਤੇ ਜੋ ਕੁਝ ਤੁਸੀਂ ਚਾਹੁੰਦੇ ਹੋ ਉਸ ਦੀ ਗੱਲ ਨਾ ਚਲਾਓ, ਪਰੰਤੂ ਉਸ ਨੂੰ ਦੱਸੋ ਕਿ ਸਿਗਰਟ ਪੀਣ ਨਾਲ ਤੂੰ ਕਿਤੇ ਫੁੱਟਬਾਲ ਟੀਮ ਵਿੱਚ ਖੇਲਣ ਜਾਂ 100 ਗਜ ਦੀ ਦੌੜ ਜਿੱਤਣ ਵਿੱਚ ਅਸਮਰਥ ਨਾ ਹੋ ਜਾਵੇਂ। ਇਸ ਗੱਲ ਨੂੰ ਯਾਦ ਰੱਖਣਾ ਬਹੁਤ ਚੰਗਾ ਹੈ, ਚਾਹੇ ਤੁਸੀਂ ਬਾਲਕਾਂ ਦੇ ਨਾਲ ਵਿਹਾਰ ਕਰ ਰਹੇ ਹੋਵੋ, ਚਾਹੇ ਬਛੜਿਆਂ ਦੇ ਨਾਲ, ਅਤੇ ਚਾਹੇ ਚਪਾਂਜੀ ਬਾਂਦਰਾਂ ਨਾਲ। ਉਦਾਹਰਨ ਦੇ ਤੌਰ 'ਤੇ, ਮਹਾਤਮਾ ਇਮਰਸਨ ਅਤੇ ਉਸ ਦਾ ਪੁੱਤਰ ਇੱਕ ਦਿਨ ਬਛੜੇ ਨੂੰ ਵਾੜੇ ਵਿੱਚ ਲੈ ਜਾਣ ਦਾ ਯਤਨ ਕਰ ਰਹੇ ਸਨ, ਪਰੰਤੂ ਉਹ ਵੀ ਉਹੀ ਭੁੱਲ ਕਰ ਰਹੇ ਸਨ ਜੋ ਅਕਸਰ ਲੋਕ ਕਰਿਆ ਕਰਦੇ ਹਨ, ਅਰਥਾਤ ਉਹ ਸਿਰਫ ਉਸੇ ਦੇ ਬਾਰੇ ਵਿੱਚ ਸੋਚਦੇ ਸਨ ਜਿਸ ਦੀ ਉਹਨਾਂ ਨੂੰ ਜ਼ਰੂਰਤ ਸੀ। ਇਮਰਸਨ ਧੱਕਦਾ ਸੀ ਅਤੇ ਉਸ ਦਾ ਪੁੱਤਰ ਖਿੱਚਦਾ ਸੀ, ਪਰੰਤੂ ਬਛੜਾ ਠੀਕ ਉਹੀ ਕਰਦਾ ਸੀ ਜੋ ਉਹ ਕਰਦੇ ਸਨ। ਉਹ ਸਿਰਫ ਉਸੇ ਦੇ ਬਾਰੇ ਵਿੱਚ ਸੋਚਦਾ ਸੀ ਜੋ ਉਹ ਚਾਹੁੰਦਾ ਸੀ। ਇਸੇ ਲਈ ਉਸਨੇ ਆਪਣੀਆਂ ਟੰਗਾਂ ਅਕੜਾ ਲਈਆਂ ਅਤੇ ਚਰਾਂਦ ਵਿੱਚੋਂ ਨਿਕਲਣ ਤੋਂ ਜਿੱਦ ਨਾਲ ਇਨਕਾਰ ਕਰ ਦਿੱਤਾ। ਨੌਕਰਾਣੀ ਨੇ ਉਹਨਾਂ ਦੀ ਇਹ ਦੁਰਦਸ਼ਾ ਦੇਖੀ। ਉਹ ਇਮਰਸਨ ਦੀ ਤਰ੍ਹਾਂ ਲੇਖ ਅਤੇ ਪੁਸਤਕਾਂ ਲਿਖਣਾ ਨਹੀਂ ਜਾਣਦੀ ਸੀ, ਪਰੰਤੂ ਘੱਟੋ ਘੱਟ ਇਸ ਮੌਕੇ 'ਤੇ ਉਸ ਵਿੱਚ ਜਿੰਨੀ ਅਲਪ ਬੁੱਧੀ ਜਾਂ ਬਛੜਾ ਬੁੱਧੀ ਸੀ ਉਨੀ ਇਮਰਸਨ ਵਿੱਚ ਨਹੀਂ ਸੀ। ਉਸਨੇ ਸੋਚ ਲਿਆ ਕਿ ਬਛੜਾ ਕੀ ਚਾਹੁੰਦਾ ਹੈ, ਸੋ ਉਸਨੇ ਮਾਤਾ ਦੀ ਤਰ੍ਹਾਂ ਆਪਣੀ ਉਂਗਲੀ ਬਛੜੇ ਦੇ ਮੂੰਹ ਵਿੱਚ ਪਾ ਦਿੱਤੀ। ਬਛੜਾ ਉਸ ਨੂੰ ਚੂਸਣ ਲੱਗਾ ਅਤੇ ਉਹ ਉਸ ਨੂੰ ਹੌਲੀ ਹੌਲੀ ਵਾੜੇ ਦੇ ਅੰਦਰ ਲੈ ਆਈ। ਜਦੋਂ ਤੋਂ ਤੁਹਾਡਾ ਜਨਮ ਹੋਇਆ ਹੈ ਉਦੋਂ ਤੋਂ ਲੈ ਕੇ ਤੁਸੀਂ ਜੋ ਵੀ ਕੰਮ ਕੀਤਾ ਹੈ ਉਸ ਦਾ ਕਾਰਨ ਇਹ ਹੈ ਕਿ ਤੁਸੀਂ ਕੁਝ ਚਾਹੁੰਦੇ ਸੀ। ਹੁਣ ਤੁਸੀਂ ਹਸਪਤਾਲ ਨੂੰ 1000 ਰੁਪਇਆ ਦਾਨ ਕੀਤਾ ਸੀ, ਉਦੋਂ ਤੁਹਾਨੂੰ ਕੀ ਜ਼ਰੂਰਤ ਸੀ? ਹਾਂ, ਇਹ ਵੀ ਇਸ ਨਿਯਮ ਤੋਂ ਵੱਖਰਾ ਨਹੀਂ। ਤੁਸੀਂ ਹਸਪਤਾਲ ਨੂੰ 1000 ਰੁਪਇਆ ਇਸ ਲਈ ਦਿੱਤਾ ਕਿਉਂਕਿ ਤੁਸੀਂ ਉਸ ਦੀ ਸਹਾਇਤਾ ਕਰਨਾ ਚਾਹੁੰਦੇ ਸੀ, ਕਿਉਂਕਿ ਤੁਸੀਂ ਇੱਕ ਸੁੰਦਰ ਸਵਾਰਥ ਰਹਿਤ ਪੁੰਨ ਕਰਮ ਕਰਨਾ ਚਾਹੁੰਦੇ ਸੀ। ਜੋ ਦੁਖੀਆਂ ਅਤੇ ਦਰਿਦਰਾਂ ਦੀ ਸੇਵਾ ਕਰਦਾ ਹੈ ਉਹ ਭਗਵਾਨ ਦੀ ਹੀ ਸੇਵਾ ਕਰਦਾ ਹੈ।
ਜੇ ਤੁਹਾਨੂੰ ਜਿੰਨੀ ਚਾਹ 1000 ਰੁਪਏ ਦੀ ਹੈ, ਉਸ ਤੋਂ ਜ਼ਿਆਦਾ ਚਾਹ ਉਸ ਪਵਿੱਤਰ ਭਾਵਨਾ ਦੀ ਨਾ ਹੁੰਦੀ ਤਾਂ ਤੁਸੀਂ ਕਦੇ ਦਾਨ ਨਾ ਦਿੰਦੇ। ਹੋ ਸਕਦਾ ਹੈ ਤੁਸੀਂ ਇਸ ਲਈ ਦਾਨ ਦਿੱਤਾ ਹੋਵੇ ਕਿ ਇਨਕਾਰ ਕਰਦੇ ਹੋਏ ਤੁਹਾਨੂੰ ਸ਼ਰਮ ਆਉਂਦੀ ਸੀ। ਤੁਹਾਡੇ ਕਿਸੇ ਗਾਹਕ ਨੇ ਤੁਹਾਨੂੰ ਦਾਨ ਦੇਣ ਨੂੰ ਕਿਹਾ ਸੀ, ਪਰੰਤੂ ਇੱਕ ਗੱਲ ਨਿਸ਼ਚਿਤ ਹੈ, ਤੁਸੀਂ ਲਈ ਦਾਨ ਦਿੱਤਾ ਕਿਉਂਕਿ ਤੁਸੀਂ ਕੁਝ ਚਾਹੁੰਦੇ ਸੀ। ਤੁਸੀਂ ਇਸ ਲਈ ਦਾਨ ਦਿੱਤਾ ਕਿਉਂਕਿ ਤੁਸੀਂ ਕੁਝ ਚਾਹੁੰਦੇ ਸੀ। ਪ੍ਰੋਫੈਸਰ ਹੈਨਰੀ ਏ ਓਵਰਸਟਰੀਟ ਆਪਣੀ ਗਿਆਨ ਵਧਾਊ ਪੁਸਤਕ ਮਨੁੱਖੀ ਵਿਹਾਰ ਨੂੰ ਪ੍ਰਭਾਵਿਤ ਕਰਨਾ, ਇਨਫਲੂਐਂਸਿੰਗ ਹਿਊਮਨ ਬਿਹੇਵੀਅਰ ਵਿੱਚ ਕਹਿੰਦਾ ਹੈ, ਅਸੀਂ ਜਿਸ ਵਸਤੂ ਦੀ ਮੂਲ ਰੂਪ ਵਿੱਚ ਕਾਮਨਾ ਕਰਦੇ ਹਾਂ, ਉਸੇ ਨਾਲ ਕਰਮ ਦੀ ਉਤਪਤੀ ਹੁੰਦੀ ਹੈ। ਆਉਣ ਵਾਲੀ ਪੀੜ੍ਹੀ ਦੇ ਉਤਸ਼ਾਹੀਆਂ ਜਾਂ ਕਨਵੈਂਸਰਾਂ ਦੇ ਲਈ, ਚਾਹੇ ਵਪਾਰ ਧੰਦਾ, ਚਾਹੇ ਘਰ, ਚਾਹੇ ਸਕੂਲ ਜਾਂ ਰਾਜਨੀਤੀ ਹੋਵੇ, ਸਰਵੋਤਮ ਉਪਦੇਸ਼ ਇਹ ਹੈ, ਪਹਿਲਾਂ ਦੂਸਰੇ ਵਿਅਕਤੀ ਵਿੱਚ ਡੂੰਘੀ ਚਾਹ ਪੈਦਾ ਕਰੋ। ਜੋ ਇਹ ਕਰ ਸਕਦਾ ਹੈ ਉਸ ਦੇ ਨਾਲ ਸਾਰਾ ਸੰਸਾਰ ਹੈ, ਜੋ ਇਹ ਨਹੀਂ ਕਰ ਸਕਦਾ ਉਹ ਵੀਰਾਨ ਮਾਰਗ 'ਤੇ ਚੱਲਦਾ ਹੈ। ਅਮਰੀਕਾ ਦਾ ਧਨ ਕੁਬੇਰ ਐਂਡਰਿਊ ਕਾਰਨੇਗੀ ਇੱਕ ਦਰਿਦਰਤਾ ਦਾ ਮਾਰਿਆ ਸਕਾਚ ਲੜਕਾ ਸੀ। ਉਸਨੇ 2 ਆਨੇ ਰੋਜ਼ਾਨਾ 'ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਅਖੀਰ ਨੂੰ 1.5 ਅਰਬ ਦੇ ਲਗਭਗ ਰੁਪਇਆ ਦਾਨ ਵਿੱਚ ਦੇ ਦਿੱਤਾ ਸੀ। ਉਸਨੇ ਸ਼ੁਰੂਆਤ ਦੇ ਜੀਵਨ ਵਿੱਚ ਹੀ ਇਹ ਸਮਝ ਲਿਆ ਸੀ ਕਿ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਇੱਕਮਾਤਰ ਵਿਧੀ ਇਹ ਹੈ ਕਿ ਜੋ ਕੁਝ ਦੂਸਰਾ ਵਿਅਕਤੀ ਚਾਹੁੰਦਾ ਹੈ ਉਸੇ ਦੇ ਅਨੁਸਾਰ ਗੱਲਬਾਤ ਕੀਤੀ ਜਾਵੇ। ਉਹ ਸਿਰਫ 4 ਵਰ੍ਹੇ ਸਕੂਲ ਗਿਆ ਸੀ, ਫਿਰ ਵੀ ਉਸਨੇ ਲੋਕਾਂ ਤੋਂ ਕੰਮ ਲੈਣਾ ਸਿੱਖ ਲਿਆ। ਇੱਕ ਉਦਾਹਰਨ ਲਵੋ, ਉਸ ਦੀ ਸਾਲੀ ਆਪਣੇ 2 ਪੁੱਤਰਾਂ ਦੀ ਚਿੰਤਾ ਵਿੱਚ ਬਿਮਾਰ ਹੋ ਗਈ। ਉਹ ਯੇਲ ਨਗਰ ਵਿੱਚ ਪੜ੍ਹ ਰਹੇ ਸਨ। ਉਹ ਆਪਣੇ ਕੰਮ ਵਿੱਚ ਇੰਨੇ ਲੀਨ ਸਨ ਕਿ ਘਰ ਚਿੱਠੀ ਤੱਕ ਨਹੀਂ ਲਿਖਦੇ ਸਨ ਅਤੇ ਆਪਣੀ ਮਾਤਾ ਦੇ ਪ੍ਰਚੰਡ ਪੱਤਰਾਂ 'ਤੇ ਕੁਝ ਵੀ ਧਿਆਨ ਨਹੀਂ ਦਿੰਦੇ ਸਨ। ਇਸ ਨਾਲ ਉਹ ਬਹੁਤ ਦੁਖੀ ਰਹਿੰਦੀ ਸੀ। ਕਾਰਨੇਗੀ ਨੇ ਉਹਨਾਂ ਨਾਲ $100 ਦੀ ਸ਼ਰਤ ਲਗਾਈ ਕਿ ਮੈਂ ਬਿਨਾਂ ਕਹੇ ਹੀ ਵਾਪਸੀ ਡਾਕ ਵਿੱਚ ਉੱਤਰ ਮੰਗਵਾ ਸਕਦਾ ਹਾਂ। ਉਸ ਦੀ ਸ਼ਰਤ ਸਵੀਕਾਰ ਕਰ ਲਈ ਗਈ। ਇਸ 'ਤੇ ਉਸਨੇ ਉਹਨਾਂ ਲੜਕਿਆਂ ਨੂੰ ਇੱਕ ਗੱਪ-ਸ਼ੱਪ ਨਾਲ ਭਰੀ ਹੋਈ ਚਿੱਠੀ ਲਿਖੀ ਅਤੇ ਉਸ ਦੀ ਸਮਾਪਤੀ 'ਤੇ ਹੇਠਾਂ ਅਨਿਯਮਿਤ ਰੂਪ ਵਿੱਚ ਲਿਖ ਦਿੱਤਾ ਕਿ ਮੈਂ ਹਰ ਇੱਕ ਨੂੰ $5-5 ਦਾ ਚੈੱਕ ਭੇਜ ਰਿਹਾ ਹਾਂ। ਪਰੰਤੂ ਉਸਨੇ ਚਿੱਠੀ ਦੇ ਨਾਲ ਚੈੱਕ ਨਹੀਂ ਭੇਜਿਆ। ਇਸ ਨਾਲ ਵਾਪਸੀ ਡਾਕ ਵਿੱਚ ਉੱਤਰ ਆ ਗਿਆ। ਕੱਲ੍ਹ ਤੁਹਾਨੂੰ ਕਿਸੇ ਵਿਅਕਤੀ ਤੋਂ ਪ੍ਰੇਰਨਾ ਕਰਕੇ ਕੋਈ ਕੰਮ ਕਰਾਉਣ ਦੀ ਜ਼ਰੂਰਤ ਪਵੇਗੀ। ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜ਼ਰਾ ਠਹਿਰੋ ਅਤੇ ਆਪਣੇ ਮਨ ਤੋਂ ਪੁੱਛੋ, ਮੈਂ ਕਿਸ ਪ੍ਰਕਾਰ ਇਸ ਵਿਅਕਤੀ ਵਿੱਚ ਇਹ ਕੰਮ ਕਰਨ ਦੀ ਚਾਹ ਪੈਦਾ ਕਰ ਸਕਦਾ ਹਾਂ। ਇਸ ਪ੍ਰਸ਼ਨ ਦਾ ਇੱਕ ਲਾਭ ਹੋਵੇਗਾ, ਸਾਡੀਆਂ ਅਭਿਲਾਸ਼ਾਵਾਂ ਦੇ ਵਿਸ਼ੇ ਵਿੱਚ ਲੋਕ ਵਿਅਰਥ ਬਕ-ਬਕ ਕਰਦੇ ਹਨ। ਉਹਨਾਂ ਨੂੰ ਦੇਖਣ ਦੇ ਲਈ ਸਾਨੂੰ ਅਸਾਵਧਾਨੀ ਪੂਰਵਕ ਦੌੜਨਾ ਪੈਂਦਾ ਹੈ। ਇਹ ਪ੍ਰਸ਼ਨ ਸਾਡਾ ਉਹ ਦੌੜਨਾ ਬੰਦ ਕਰ ਦੇਵੇਗਾ। ਵਿਆਖਿਆਨਮਾਲਾ ਦੇ ਲਈ ਮੈਂ ਹਰ ਇੱਕ ਰੁੱਤ ਵਿੱਚ ਨਿਊਯਾਰਕ ਦੇ ਇੱਕ ਵਿਸ਼ੇਸ਼ ਹੋਟਲ ਦਾ ਇੱਕ ਵੱਡਾ ਨਾਚ ਕਮਰਾ 21 ਰਾਤਾਂ ਦੇ ਲਈ ਕਿਰਾਏ 'ਤੇ ਲਿਆ ਕਰਦਾ ਹਾਂ। ਇੱਕ ਰੁੱਤ ਦੇ ਆਰੰਭ ਵਿੱਚ ਮੈਨੂੰ ਅਚਾਨਕ ਕਿਹਾ ਗਿਆ ਕਿ ਮੈਨੂੰ ਪਹਿਲਾਂ ਦੀ ਬਨਿਸਬਤ ਤਕਰੀਬਨ 3 ਗੁਣਾ ਕਿਰਾਇਆ ਦੇਣਾ ਪਵੇਗਾ। ਇਹ ਸਮਾਚਾਰ ਮੈਨੂੰ ਉਦੋਂ ਮਿਲਿਆ ਜਦੋਂ ਟਿਕਟ ਛਪ ਕੇ ਵੰਡੇ ਜਾ ਚੁੱਕੇ ਸਨ ਅਤੇ ਸਭ ਸੂਚਨਾਵਾਂ ਦਿੱਤੀਆਂ ਜਾ ਚੁੱਕੀਆਂ ਸਨ। ਕੁਦਰਤੀ ਗੱਲ ਹੈ ਕਿ ਮੈਂ ਪਹਿਲਾਂ ਤੋਂ ਜ਼ਿਆਦਾ ਕਿਰਾਇਆ ਨਹੀਂ ਦੇਣਾ ਚਾਹੁੰਦਾ ਸੀ, ਪਰੰਤੂ ਮੈਂ ਜੋ ਕੁਝ ਚਾਹੁੰਦਾ ਸੀ ਉਸ ਦੇ ਵਿਸ਼ੇ ਵਿੱਚ ਹੋਟਲ ਵਾਲਿਆਂ ਨਾਲ ਗੱਲਬਾਤ ਕਰਨ ਦਾ ਕੀ ਲਾਭ ਸੀ। ਉਹਨਾਂ ਦੀ ਦਿਲਚਸਪੀ ਤਾਂ ਉਸੇ ਵਿੱਚ ਸੀ ਜੋ ਕੁਝ ਉਹ ਆਪ ਚਾਹੁੰਦੇ ਸਨ। ਇਸ ਲਈ 2 ਦਿਨ ਪਿੱਛੋਂ ਮੈਂ ਮੈਨੇਜਰ ਨੂੰ ਮਿਲਣ ਗਿਆ। ਮੈਂ ਕਿਹਾ, ਤੁਹਾਡਾ ਪੱਤਰ ਪਾ ਕੇ ਮੈਨੂੰ ਕੁਝ ਧੱਕਾ ਜਿਹਾ ਲੱਗਾ, ਪਰੰਤੂ ਮੈਂ ਤੁਹਾਨੂੰ ਬਿਲਕੁਲ ਦੋਸ਼ ਨਹੀਂ ਦਿੰਦਾ। ਜੇ ਮੈਂ ਤੁਹਾਡੀ ਸਥਿਤੀ ਵਿੱਚ ਹੁੰਦਾ ਤਾਂ ਸ਼ਾਇਦ ਮੈਂ ਵੀ ਅਜਿਹੀ ਹੀ ਚਿੱਠੀ ਲਿਖਦਾ। ਇਸ ਹੋਟਲ ਦੇ ਮੈਨੇਜਰ ਦੇ ਰੂਪ ਵਿੱਚ ਜਿੰਨਾ ਵੀ ਜ਼ਿਆਦਾ ਤੋਂ ਜ਼ਿਆਦਾ ਸੰਭਵ ਹੋਵੇ ਨਫਾ ਕਮਾਉਣਾ ਤੁਹਾਡਾ ਕਰਤੱਵ ਹੈ। ਨਫਾ ਕਮਾਉਣਾ ਤੁਹਾਡਾ ਕਰਤੱਵ ਹੈ। ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਡੇ ਉੱਤੇ ਦੁਰਲਾਹਨਤ ਹੋਵੇਗੀ ਅਤੇ ਹੋਣੀ ਵੀ ਚਾਹੀਦੀ ਹੈ। ਅੱਛਾ,
ਹੁਣ ਤੁਸੀਂ ਇੱਕ ਕਾਗਜ਼ ਦਾ ਟੁਕੜਾ ਲਵੋ ਅਤੇ ਉਸ ਉੱਤੇ ਉਹ ਸਭ ਹਾਨੀਆਂ ਅਤੇ ਲਾਭ ਲਿਖੋ ਜੋ ਤੁਹਾਨੂੰ ਹੋਣਗੇ ਜੇ ਤੁਸੀਂ ਕਿਰਾਇਆ ਵਧਾਉਣ ਦੀ ਜਿੱਦ ਕਰੋਗੇ। ਫਿਰ ਮੈਂ ਇੱਕ ਚਿੱਠੀ ਲਿਖਣ ਦਾ ਕਾਗਜ਼ ਚੁੱਕ ਕੇ ਉਸ ਦੇ ਵਿਚਕਾਰ ਇੱਕ ਲਕੀਰ ਖਿੱਚ ਦਿੱਤੀ ਅਤੇ ਇੱਕ ਖਾਨੇ ਉੱਪਰ ਲਾਭ ਅਤੇ ਦੂਜੇ ਉੱਤੇ ਹਾਨੀਆਂ ਲਿਖ ਦਿੱਤੀਆਂ। ਲਾਭ ਦੇ ਸਿਰਲੇਖ ਦੇ ਹੇਠਾਂ ਮੈਂ ਇਹ ਸ਼ਬਦ ਲਿਖੇ, ਨਾਚ ਦਾ ਕਮਰਾ ਖਾਲੀ। ਫਿਰ ਮੈਂ ਕਿਹਾ, ਤੁਹਾਨੂੰ ਲਾਭ ਇਹ ਹੋਵੇਗਾ ਕਿ ਕਮਰਾ ਖਾਲੀ ਹੋਣ 'ਤੇ ਤੁਸੀਂ ਇਸ ਨੂੰ ਨਾਚ ਅਤੇ ਸੰਮੇਲਨ ਦੇ ਲਈ ਕਿਰਾਏ 'ਤੇ ਦੇ ਸਕੋਗੇ। ਇਹ ਇੱਕ ਬਹੁਤ ਵੱਡਾ ਲਾਭ ਹੈ ਕਿਉਂਕਿ ਇਸ ਪ੍ਰਕਾਰ ਦੇ ਕੰਮਾਂ ਦੇ ਲਈ ਤੁਹਾਨੂੰ ਉਸ ਨਾਲੋਂ ਕਿਤੇ ਜ਼ਿਆਦਾ ਪੈਸੇ ਮਿਲ ਜਾਣਗੇ ਜਿੰਨੇ ਕਿ ਤੁਸੀਂ ਇੱਕ ਵਿਆਖਿਆਨ ਮਾਲਾ ਤੋਂ ਪ੍ਰਾਪਤ ਕਰ ਸਕਦੇ ਹੋ। ਜੇ ਮੈਂ ਇਸ ਰੁੱਤ ਦੀ ਪੜ੍ਹਾਈ ਵਿੱਚ 20 ਰਾਤਾਂ ਦੇ ਲਈ ਤੁਹਾਡਾ ਨਾਚ ਕਮਰਾ ਬੰਦ ਰੱਖਾਂ ਤਾਂ ਨਿਸ਼ਚੇ ਹੀ ਤੁਹਾਨੂੰ ਇੱਕ ਅਤਿਅੰਤ ਲਾਭਦਾਇਕ ਵਪਾਰ ਤੋਂ ਵਾਂਝਿਆ ਰਹਿਣਾ ਪਵੇਗਾ। ਅੱਛਾ, ਹੁਣ ਹਾਨੀਆਂ 'ਤੇ ਵਿਚਾਰ ਕਰੋ। ਪਹਿਲੀ, ਮੇਰੇ ਕੋਲੋਂ ਆਪਣੀ ਆਮਦਨ ਵਧਾਉਣ ਦੀ ਬਜਾਏ ਤੁਸੀਂ ਇਸ ਨੂੰ ਘਟਾਉਣ ਲੱਗੇ ਹੋ। ਅਸਲ ਵਿੱਚ ਤੁਸੀਂ ਇਸ 'ਤੇ ਪਾਣੀ ਹੀ ਫੇਰਨ ਲੱਗੇ ਹੋ ਕਿਉਂਕਿ ਜੋ ਕਿਰਾਇਆ ਤੁਸੀਂ ਮੰਗਦੇ ਹੋ ਉਹ ਮੈਂ ਦੇ ਨਹੀਂ ਸਕਦਾ। ਮੈਨੂੰ ਬੇਵੱਸ ਹੋ ਕੇ ਵਿਆਖਿਆਨਾਂ ਦੇ ਲਈ ਕੋਈ ਦੂਜਾ ਸਥਾਨ ਲੈਣਾ ਪਵੇਗਾ। ਇਸ ਦੇ ਇਲਾਵਾ ਤੁਹਾਨੂੰ ਇੱਕ ਦੂਸਰੀ ਹਾਨੀ ਵੀ ਹੈ। ਇਹ ਵਿਆਖਿਆਨ ਪੜ੍ਹੇ ਲਿਖੇ ਅਤੇ ਸੱਭਿਅਤ ਲੋਕਾਂ ਦੇ ਝੁੰਡ ਖਿੱਚ ਕੇ ਤੁਹਾਡੇ ਹੋਟਲ ਵਿੱਚ ਲਿਆਉਂਦੇ ਹਨ। ਇਹ ਤੁਹਾਡਾ ਇੱਕ ਬਹੁਤ ਚੰਗਾ ਵਿਗਿਆਪਨ ਹੈ। ਕਿਉਂ ਹੈ ਜਾਂ ਨਹੀਂ? ਸੱਚ ਤਾਂ ਇਹ ਹੈ ਕਿ ਜੇ ਤੁਸੀਂ ਸਮਾਚਾਰ ਪੱਤਰਾਂ ਵਿੱਚ ਵਿਗਿਆਪਨ ਦੇਣ 'ਤੇ $5000 ਵੀ ਖਰਚ ਕਰੋ ਤਾਂ ਵੀ ਤੁਸੀਂ ਆਪਣੇ ਹੋਟਲ ਨੂੰ ਦੇਖਣ ਦੇ ਲਈ ਓਨੇ ਮਨੁੱਖ ਨਹੀਂ ਲਿਆ ਸਕਦੇ ਜਿੰਨੇ ਕਿ ਇਹਨਾਂ ਲੈਕਚਰਾਂ ਦੇ ਦੁਆਰਾ ਮੈਂ ਲਿਆ ਸਕਦਾ ਹਾਂ। ਇਹ ਗੱਲ ਹੋਟਲ ਦੇ ਲਈ ਬੜੇ ਮੁੱਲ ਦੀ ਹੈ। ਕੀ ਇਹ ਨਹੀਂ ਹੈ? ਮੈਂ ਗੱਲਾਂ ਕਰਦੇ ਕਰਦੇ ਇਹ 2 ਹਾਨੀਆਂ ਉਚਿਤ ਸਿਰਲੇਖ ਦੇ ਹੇਠਾਂ ਲਿਖ ਦਿੱਤੀਆਂ ਅਤੇ ਕਾਗਜ਼ ਦਾ ਟੁਕੜਾ ਮੈਨੇਜਰ ਮਹਾਸ਼ਯ ਦੇ ਹੱਥ ਵਿੱਚ ਦੇ ਕੇ ਕਿਹਾ, ਮੈਂ ਚਾਹੁੰਦਾ ਹਾਂ ਤੁਸੀਂ ਦੋਹਾਂ ਹਾਨੀਆਂ ਅਤੇ ਲਾਭਾਂ ਉੱਤੇ ਸਾਵਧਾਨੀ ਨਾਲ ਵਿਚਾਰ ਕਰੋ ਫਿਰ ਆਪਣਾ ਅੰਤਿਮ ਫੈਸਲਾ ਮੈਨੂੰ ਸੁਣਾਓ। ਦੂਸਰੇ ਦਿਨ ਹੀ ਮੈਨੂੰ ਇੱਕ ਚਿੱਠੀ ਆ ਗਈ ਕਿ 300 ਪ੍ਰਤੀ ਸੈਂਕੜਾ ਦੀ ਬਜਾਏ ਤੁਹਾਡਾ ਕਿਰਾਇਆ ਸਿਰਫ 50 ਪ੍ਰਤੀ ਸੈਂਕੜਾ ਵਧਾਇਆ ਜਾਏਗਾ। ਦੇਖੋ, ਜੋ ਕੁਝ ਮੈਂ ਚਾਹੁੰਦਾ ਸੀ ਉਸ ਦੇ ਵਿਸ਼ੇ ਵਿੱਚ ਬਿਨਾਂ ਇੱਕ ਵੀ ਸ਼ਬਦ ਕਹੇ ਮੈਨੂੰ ਕਿਰਾਏ ਵਿੱਚ ਇਹ ਕਮੀ ਮਿਲ ਗਈ। ਜੋ ਕੁਝ ਦੂਸਰਾ ਵਿਅਕਤੀ ਚਾਹੁੰਦਾ ਸੀ ਅਤੇ ਉਹ ਉਸ ਨੂੰ ਕਿਵੇਂ ਪ੍ਰਾਪਤ ਹੋ ਸਕਦਾ ਸੀ, ਮੈਂ ਸਾਰਾ ਸਮਾਂ ਇਸੇ ਉੱਪਰ ਗੱਲਾਂ ਕਰਦਾ ਰਿਹਾ। ਮੰਨ ਲਵੋ ਮੈਂ ਉਹ ਕੰਮ ਕਰਦਾ ਜੋ ਅਕਸਰ ਸਭ ਲੋਕ ਕਰਿਆ ਕਰਦੇ ਹਨ ਅਤੇ ਜੋ ਇੱਕ ਸੁਭਾਵਿਕ ਗੱਲ ਹੈ। ਮੰਨ ਲਵੋ ਮੈਂ ਦੌੜਿਆ ਉਸ ਦੇ ਦਫ਼ਤਰ ਵਿੱਚ ਜਾਂਦਾ ਅਤੇ ਕਹਿੰਦਾ, ਜਦੋਂ ਤੁਹਾਨੂੰ ਪਤਾ ਹੈ ਕਿ ਮੇਰੇ ਟਿਕਟ ਛਪ ਚੁੱਕੇ ਹਨ ਅਤੇ ਘੋਸ਼ਣਾਵਾਂ ਹੋ ਚੁੱਕੀਆਂ ਹਨ ਤਾਂ ਮੇਰਾ ਕਿਰਾਇਆ 300% ਵਧਾ ਦੇਣ ਵਿੱਚ ਤੁਹਾਡਾ ਕੀ ਮਤਲਬ ਹੈ? 300%? ਇਹ ਇੱਕ ਮਖੌਲ ਵਾਲੀ ਗੱਲ ਹੈ, ਇੱਕ ਬੇਹੂਦਗੀ ਹੈ। ਮੈਂ ਕਦੇ ਨਹੀਂ ਦੇਵਾਂਗਾ। ਇਸ ਦਾ ਨਤੀਜਾ ਕੀ ਹੁੰਦਾ? ਫਿਰ ਦੋਵੇਂ ਪਾਸਿਓਂ ਜੋਸ਼ ਵਿੱਚ ਆ ਕੇ ਬਹਿਸ ਸ਼ੁਰੂ ਹੋ ਜਾਂਦੀ। ਗਰਮਾ ਗਰਮ ਝੜਪਾਂ ਹੁੰਦੀਆਂ ਅਤੇ ਤੁਸੀਂ ਜਾਣਦੇ ਹੀ ਹੋ ਕਿ ਝਗੜਿਆਂ ਦਾ ਅੰਤ ਕਿਵੇਂ ਹੋਇਆ ਕਰਦਾ ਹੈ। ਜੇ ਮੈਂ ਉਸ ਨੂੰ ਵਿਸ਼ਵਾਸ ਵੀ ਦਿਵਾ ਦਿੰਦਾ ਕਿ ਤੁਸੀਂ ਗਲਤੀ 'ਤੇ ਹੋ ਤਾਂ ਵੀ ਘਮੰਡ ਦੇ ਕਾਰਨ ਉਸ ਦੇ ਲਈ ਮੇਰੀ ਗੱਲ ਨੂੰ ਮੰਨਣਾ ਮੁਸ਼ਕਿਲ ਹੋ ਜਾਂਦਾ। ਮਨੁੱਖੀ ਸੰਬੰਧਾਂ ਦੀ ਲਲਿਤ ਕਲਾ ਦੇ ਸੰਬੰਧ ਵਿੱਚ ਸਰਵ ਉੱਤਮ ਉਪਦੇਸ਼ ਦੇਖੋ। ਹੈਨਰੀ ਫੋਰਡ ਦਾ ਕਥਨ ਹੈ ਕਿ ਸਫਲਤਾ ਦਾ ਜੇ ਕੋਈ ਭੇਦ ਹੈ ਤਾਂ ਉਹ ਦੂਸਰੇ ਵਿਅਕਤੀ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਅਤੇ ਉਸਦੇ ਆਪਣੇ ਦ੍ਰਿਸ਼ਟੀਕੋਣ ਨਾਲ ਵਸਤੂਆਂ ਨੂੰ ਦੇਖਣ ਵਿੱਚ ਛੁਪਿਆ ਹੈ। ਇਹ ਗੱਲ ਇੰਨੀ ਸਾਦੀ, ਇੰਨੀ ਸਪਸ਼ਟ ਹੈ ਕਿ ਹਰ ਇੱਕ ਵਿਅਕਤੀ ਨੂੰ ਨਜ਼ਰ ਮਾਰਦੇ ਹੀ ਇਸ ਦੀ ਸੱਚਾਈ ਦਿਖਾਈ ਦੇ ਜਾਣੀ ਚਾਹੀਦੀ ਹੈ। ਤਾਂ ਵੀ ਸੰਸਾਰ ਦੇ 90% ਲੋਕ 90% ਵਾਰ ਇਸ ਨੂੰ ਆਵਾਗੌਣ ਕਰ ਜਾਂਦੇ ਹਨ। ਕੋਈ ਉਦਾਹਰਣ? ਕੱਲ੍ਹ ਸਵੇਰੇ ਜੋ ਚਿੱਠੀਆਂ ਤੁਹਾਡੀ ਮੇਜ਼ 'ਤੇ ਆਉਣ ਉਹਨਾਂ ਨੂੰ ਧਿਆਨ ਨਾਲ ਦੇਖੋ। ਤੁਸੀਂ ਦੇਖੋਗੇ ਕਿ ਉਹਨਾਂ ਵਿੱਚੋਂ ਜ਼ਿਆਦਾ ਵਿਹਾਰ ਗਿਆਨ ਦੀ ਇਸ ਉੱਚ ਵਿਧੀ ਨੂੰ ਭੰਗ ਕਰਦੀਆਂ ਹਨ। ਇਸ ਚਿੱਠੀ ਨੂੰ ਲਵੋ ਜੋ ਇੱਕ ਐਸੀ ਵਿਗਿਆਪਨ ਕਰਨ ਵਾਲੀ ਏਜੰਸੀ ਦੇ ਰੇਡੀਓ ਵਿਭਾਗ ਦੇ ਮੁਖੀ ਨੇ ਲਿਖੀ ਹੈ ਜਿਸ ਦੇ ਦਫ਼ਤਰ ਸਾਰੇ ਦੇਸ਼ 'ਤੇ ਫੈਲੇ ਹੋਏ ਹਨ। ਇਹ ਚਿੱਠੀ ਸਮੁੱਚੇ ਦੇਸ਼ ਦੇ ਲੋਕਲ ਰੇਡੀਓ ਸਟੇਸ਼ਨਾਂ ਦੇ ਮੈਨੇਜਰਾਂ ਨੂੰ ਭੇਜੀ ਗਈ ਸੀ। ਹਰ ਇੱਕ ਪੈਰੇ ਨੂੰ ਪੜ੍ਹ ਕੇ ਮੇਰੇ ਮਨ ਵਿੱਚ ਜੋ ਪ੍ਰਤੀਕਿਰਿਆ ਹੋਈ ਹੈ ਉਸ ਨੂੰ ਮੈਂ ਬਰੈਕਟਾਂ ਵਿੱਚ ਲਿਖ ਦਿੱਤਾ ਹੈ।
ਸ਼੍ਰੀ ਜਾਨ ਬਲੈਕਵਿਲ, ਇੰਡੀਆਨਾ। ਪਿਆਰੇ ਸ਼੍ਰੀ ਬਲੈਕ, ਕੰਪਨੀ ਰੇਡੀਓ ਦੇ ਖੇਤਰ ਵਿੱਚ ਵਿਗਿਆਪਨ ਕਰਨ ਵਾਲੀਆਂ ਏਜੰਸੀਆਂ ਵਿੱਚੋਂ ਕਿਸੇ ਨੂੰ ਆਪਣੇ ਨਾਲੋਂ ਵਧਣ ਨਹੀਂ ਦੇਣਾ ਚਾਹੁੰਦੀ। ਕੌਣ ਪਰਵਾਹ ਕਰਦਾ ਹੈ ਕਿ ਤੁਹਾਡੀ ਕੰਪਨੀ ਕੀ ਚਾਹੁੰਦੀ ਹੈ? ਮੈਨੂੰ ਆਪਣੀਆਂ ਸਮੱਸਿਆਵਾਂ ਦੀ ਚਿੰਤਾ ਹੈ। ਬੈਂਕ ਮੇਰੇ ਘਰ ਦੀ ਕੁਰਕੀ ਕਰਾਉਣ ਜਾ ਰਿਹਾ ਹੈ। ਟਿੱਡੀ ਮੇਰੀ ਫਸਲ ਚੱਟ ਕਰ ਰਹੀ ਹੈ। ਕੱਲ੍ਹ ਸਟਾਕ ਮਾਰਕੀਟ ਦੇ ਗਿਰ ਜਾਣ ਨਾਲ ਮੈਨੂੰ ਕਈ ਹਜ਼ਾਰ ਦਾ ਨੁਕਸਾਨ ਹੋ ਗਿਆ। ਮੈਨੂੰ ਕੱਲ੍ਹ ਰਾਤ ਦੀਵਾਨ ਬਹਾਦਰ ਰਾਜਾ ਨਰਿੰਦਰ ਨਾਥ ਦੀ ਪਾਰਟੀ ਦੇ ਲਈ ਸੱਦਾ ਨਹੀਂ ਮਿਲਿਆ। ਡਾਕਟਰ ਕਹਿੰਦਾ ਹੈ ਕਿ ਤੇਰੇ ਖੂਨ ਦਾ ਦਬਾਅ ਬਹੁਤ ਵੱਧ ਗਿਆ ਹੈ ਅਤੇ ਤੈਨੂੰ ਨਸ ਦੀ ਜਲਨ ਅਤੇ ਰੂਸੀ ਹੈ। ਅਤੇ ਫਿਰ ਹੁੰਦਾ ਕੀ ਹੈ? ਮੈਂ ਅੱਜ ਸਵੇਰੇ ਦਫ਼ਤਰ ਵਿੱਚ ਪਰੇਸ਼ਾਨ ਆਉਂਦਾ ਹਾਂ, ਆਪਣੀ ਡਾਕ ਖੋਲ੍ਹਦਾ ਹਾਂ ਅਤੇ ਇਹ ਕੋਈ ਮਾਮੂਲੀ ਵਿਅਕਤੀ ਨਿਊਯਾਰਕ ਵਿੱਚ ਬੈਠਾ ਹੋਇਆ ਭੌਂਕਦਾ ਹੈ ਕਿ ਉਸ ਦੀ ਕੰਪਨੀ ਕੀ ਚਾਹੁੰਦੀ ਹੈ। ਛੀ! ਜੇ ਉਹ ਮਹਿਸੂਸ ਕਰਦਾ ਕਿ ਉਸਦਾ ਪੱਤਰ ਕਿਹੋ ਜਿਹਾ ਪ੍ਰਭਾਵ ਬਣਾਉਂਦਾ ਹੈ ਤਾਂ ਉਹ ਵਿਗਿਆਪਨ ਕਰਨ ਦਾ ਧੰਦਾ ਛੱਡ ਕੇ ਭੇਡਾਂ ਨੂੰ ਨਹਾਉਣ ਦੇ ਟੱਬ ਬਣਾਉਣ ਲੱਗਦਾ। ਇਸ ਏਜੰਸੀ ਨੇ ਪਹਿਲ ਸਮੁੱਚੇ ਦੇਸ਼ ਵਿੱਚ ਆਪਣੇ ਕੰਮ ਦਾ ਜੋ ਜਾਲ ਫੈਲਾਇਆ ਸੀ, ਉਸ ਦੀ ਪਿੱਠ 'ਤੇ ਉਹ ਬਹੁ ਸੰਖਿਆ ਵਿੱਚ ਕੰਪਨੀਆਂ ਸਨ ਜਿਨ੍ਹਾਂ ਨੇ ਆਪਣਾ ਵਿਗਿਆਪਨ ਕਰਨ ਦਾ ਕੰਮ ਇਸ ਨੂੰ ਦਿੱਤਾ ਸੀ। ਇਸ ਦੇ ਬਾਅਦ ਅਸੀਂ ਰੇਡੀਓ ਸਟੇਸ਼ਨ ਤੋਂ ਇੰਨਾ ਜ਼ਿਆਦਾ ਵਿਗਿਆਪਨ ਕਰਦੇ ਰਹੇ ਹਾਂ ਕਿ ਸਾਡੀ ਨਿਕਾਸੀ ਵਰ੍ਹਿਆਂ ਤੋਂ ਸਭ ਏਜੰਸੀਆਂ ਤੋਂ ਜ਼ਿਆਦਾ ਚੱਲੀ ਆ ਰਹੀ ਹੈ। ਬ੍ਰੈਕਟ ਵਿੱਚ, ਤੁਸੀਂ ਵੱਡੇ ਹੋ, ਧਨਾਢ ਹੋ ਅਤੇ ਸਭ ਤੋਂ ਉੱਪਰ ਹੋ, ਤਾਂ ਫਿਰ ਕੀ ਕੀਤਾ ਜਾਵੇ? ਜੇ ਤੁਸੀਂ ਇੰਨੇ ਵੱਡੇ ਹੋ ਜਿੰਨੇ ਅਮਰੀਕਾ ਦੇ ਸੰਯੁਕਤ ਰਾਜੇ ਦੀ ਸੈਨਾ ਦੇ ਸਾਰੇ ਅਧਿਕਾਰੀ, ਜਨਰਲ ਮੋਟਰਜ਼ ਅਤੇ ਜਨਰਲ ਇਲੈਕਟ੍ਰਿਕ ਸਭ ਮਿਲਾ ਕੇ, ਤਾਂ ਵੀ ਮੈਂ ਇਸ ਦਾ 2 ਕੌਡੀ ਮੁੱਲ ਨਹੀਂ ਸਮਝਦਾ। ਜੇ ਤੁਹਾਡੇ ਵਿੱਚ ਜ਼ਰਾ ਜਿੰਨੀ ਵੀ ਅਕਲ ਹੁੰਦੀ ਤਾਂ ਤੁਸੀਂ ਅਨੁਭਵ ਕਰਦੇ ਕਿ ਮੇਰੀ ਦਿਲਚਸਪੀ ਇਸ ਗੱਲ ਵਿੱਚ ਹੈ ਕਿ ਮੈਂ ਕਿੰਨਾ ਵੱਡਾ ਹਾਂ, ਨਾ ਕਿ ਇਸ ਵਿੱਚ ਕਿ ਤੁਸੀਂ ਕਿੰਨੇ ਵੱਡੇ ਹੋ। ਆਪਣੀ ਵੱਡੀ ਭਾਰੀ ਸਫਲਤਾ ਦੇ ਵਿਸ਼ੇ ਵਿੱਚ ਤੁਹਾਡੀ ਇਹ ਸਾਰੀ ਗੱਲਬਾਤ ਮੈਨੂੰ ਆਪਣੇ ਆਪ ਨੂੰ ਛੋਟਾ ਅਤੇ ਮਹੱਤਵਹੀਣ ਮਹਿਸੂਸ ਕਰਾਉਣ ਲੱਗਦੀ ਹੈ। ਅਸੀਂ ਚਾਹੁੰਦੇ ਹਾਂ ਕਿ ਰੇਡੀਓ ਦੁਆਰਾ ਆਪਣੇ ਗ੍ਰਾਹਕਾਂ ਦੀ ਇੰਨੀ ਅੱਛੀ ਸੇਵਾ ਕਰੀਏ ਕਿ ਉਸ ਤੋਂ ਵੱਧ ਕੇ ਹੋਰ ਕੋਈ ਨਾ ਕਰ ਸਕੇ। ਬ੍ਰੈਕਟ ਵਿੱਚ, ਤੁਸੀਂ ਚਾਹੁੰਦੇ ਹੋ, ਤੁਸੀਂ ਪੂਰੇ ਗਧੇ ਹੋ। ਮੈਨੂੰ ਇਸ ਵਿੱਚ ਦਿਲਚਸਪੀ ਨਹੀਂ ਕਿ ਤੁਸੀਂ ਕੀ ਚਾਹੁੰਦੇ ਹੋ, ਜਾਂ ਮੁਸੋਲਿਨੀ ਕੀ ਚਾਹੁੰਦਾ ਹੈ, ਜਾਂ ਵਿੰਗ ਕਰਾਸਬੀ ਕੀ ਚਾਹੁੰਦਾ ਹੈ। ਇੱਕ ਵਾਰ ਕੰਨ ਖੋਲ੍ਹ ਕੇ ਹਮੇਸ਼ਾ ਦੇ ਲਈ ਸੁਣ ਲਵੋ ਕਿ ਮੇਰੀ ਦਿਲਚਸਪੀ ਉਸ ਗੱਲ ਵਿੱਚ ਹੈ ਜੋ ਮੈਂ ਚਾਹੁੰਦਾ ਹਾਂ ਅਤੇ ਤੁਸੀਂ ਉਸ ਦੇ ਬਾਰੇ ਵਿੱਚ ਹੁਣ ਤੱਕ ਆਪਣੀ ਇਸ ਬੇਹੂਦਾ ਚਿੱਠੀ ਵਿੱਚ ਇੱਕ ਸ਼ਬਦ ਵੀ ਨਹੀਂ ਕਿਹਾ। ਬ੍ਰੈਕਟ ਬੰਦ। ਇਸ ਲਈ ਕੀ ਤੁਸੀਂ ਇਹ ਨਾਂ ਆਪਣੀ ਵਿਸ਼ੇਸ਼ ਸਨਮਾਨਯੋਗ ਸੂਚੀ ਵਿੱਚ ਲਿਖ ਲਵੋਗੇ? ਬ੍ਰੈਕਟ ਸਟਾਰਟ। ਵਿਸ਼ੇਸ਼ ਸਨਮਾਨਯੋਗ ਸੂਚੀ। ਤੁਹਾਡੇ ਵਿੱਚ ਸਾਹਸ ਹੈ। ਤੁਸੀਂ ਆਪਣੀ ਕੰਪਨੀ ਦੇ ਵਿਸ਼ੇ ਵਿੱਚ ਲੰਮੀਆਂ ਚੌੜੀਆਂ ਗੱਲਾਂ ਬਣਾ ਕੇ ਮੈਨੂੰ ਤੁੱਛ ਅਨੁਭਵ ਕਰਾਉਂਦੇ ਹੋ ਅਤੇ ਫਿਰ ਤੁਸੀਂ ਮੈਨੂੰ ਕਹਿੰਦੇ ਹੋ ਕਿ ਮੈਂ ਤੁਹਾਨੂੰ ਵਿਸ਼ੇਸ਼ ਸਨਮਾਨਯੋਗ ਸੂਚੀ ਵਿੱਚ ਰੱਖ ਲਵਾਂ ਅਤੇ ਅਜਿਹਾ ਕਹਿੰਦੇ ਸਮੇਂ ਤੁਸੀਂ ਕਿਰਪਾ ਕਰਕੇ ਵੀ ਨਹੀਂ ਕਹਿੰਦੇ। ਬ੍ਰੈਕਟ ਬੰਦ। ਇਸ ਚਿੱਠੀ ਦੀ ਪਹੁੰਚ ਫਟਾਫਟ ਆਉਣ ਨਾਲ ਦੋਹਾਂ ਨੂੰ ਲਾਭ ਹੋਵੇਗਾ। ਲਿਖੋ, ਤੁਸੀਂ ਕੱਲ੍ਹ ਕੀ ਕਰ ਰਹੇ ਹੋ? ਬ੍ਰੈਕਟ ਸਟਾਰਟ। ਓ ਮੂਰਖ, ਤੂੰ ਮੈਨੂੰ ਇੱਕ ਸਸਤੀ ਜਿਹੀ ਪਤਝੜ ਦੇ ਪੱਤਿਆਂ ਦੀ ਤਰ੍ਹਾਂ ਦੂਰ ਤੱਕ ਬਿਖਰੀ ਹੋਈ ਚਿੱਠੀ ਲਿਖ ਰਿਹਾ ਹੈ ਅਤੇ ਜਿਸ ਸਮੇਂ ਮੈਂ ਕੁਰਕੀ ਦੀ, ਫਸਲ ਦੀ ਅਤੇ ਖੂਨ ਦੇ ਦਬਾਅ ਦੇ ਵੱਧ ਜਾਣ ਦੀ ਚਿੰਤਾ ਵਿੱਚ ਡੁੱਬਿਆ ਹਾਂ, ਤੂੰ ਮੈਨੂੰ ਕਹਿੰਦਾ ਹੈ ਕਿ ਮੈਂ ਬੈਠ ਕੇ ਤੇਰੀ ਲੰਮੀ ਚੌੜੀ ਚਿੱਠੀ ਦੀ ਪਹੁੰਚ ਲਿਖਾਂ ਅਤੇ ਫਟਾਫਟ ਲਿਖਾਂ। ਫਟਾਫਟ ਤੋਂ ਤੇਰਾ ਕੀ ਮਤਲਬ ਹੈ? ਕੀ ਤੂੰ ਨਹੀਂ ਜਾਣਦਾ ਕਿ ਮੈਂ ਵੀ ਓਨਾ ਹੀ ਕੰਮ ਵਿੱਚ ਰੁੱਝਿਆ ਹਾਂ ਜਿੰਨਾ ਕਿ ਤੂੰ ਹੈ? ਅਥਵਾ ਘੱਟੋ ਘੱਟ ਮੈਂ ਐਸਾ ਖਿਆਲ ਕਰਨਾ ਚਾਹੁੰਦਾ ਹਾਂ। ਹੁਣ ਜਦ ਤੂੰ ਉਸ ਵਿਸ਼ੇ 'ਤੇ ਗੱਲ ਕਰ ਰਿਹਾ ਹੈ ਤਾਂ ਫਿਰ ਤੈਨੂੰ ਇੱਧਰ ਉੱਧਰ ਦੀਆਂ ਗੱਲਾਂ ਕਹਿਣ ਦਾ ਹੱਕ ਕਿਸੇ ਨੇ ਦਿੱਤਾ? ਕਹਿੰਦਾ ਹੈ, ਇਸ ਨਾਲ ਦੋਹਾਂ ਨੂੰ ਲਾਭ ਹੋਵੇਗਾ। ਅਖੀਰ ਤੂੰ ਮੇਰਾ ਵੀ ਦ੍ਰਿਸ਼ਟੀਕੋਣ ਸਮਝਣ ਲੱਗਿਆ, ਪਰੰਤੂ ਤੂੰ ਇਹ ਸਪਸ਼ਟ ਨਹੀਂ ਕੀਤਾ ਕਿ ਇਸ ਨਾਲ ਮੈਨੂੰ ਕਿਵੇਂ ਲਾਭ ਪਹੁੰਚੇਗਾ। ਤੁਹਾਡਾ ਜਾਨ ਬਲੈਕ, ਮੈਨੇਜਰ, ਰੇਡੀਓ ਵਿਭਾਗ। ਬਲੈਕਵਿਲ ਜਨਰਲ ਤੋਂ ਨਕਲ ਕੀਤਾ ਹੋਇਆ ਨਾਲ ਦਾ ਉਦਾਹਰਨ ਤੁਹਾਡੀ ਦਿਲਚਸਪੀ ਦਾ ਕਾਰਨ ਹੋਵੇਗਾ ਅਤੇ ਸੰਭਵ ਹੈ ਤੁਸੀਂ ਇਸ ਨੂੰ ਆਪਣੇ ਸਟੇਸ਼ਨ ਤੋਂ ਬ੍ਰਾਡਕਾਸਟ ਕਰਨਾ ਚਾਹੋ। ਬ੍ਰੈਕਟ ਸਟਾਰਟ।
ਅਖੀਰ ਇਸ ਪਿੱਛੋਂ ਲਿਖੇ ਹਿੱਸੇ ਵਿੱਚ ਤੁਸੀਂ ਕੁਝ ਗੱਲਾਂ ਕਹਿ ਰਹੇ ਹੋ ਜੋ ਮੇਰੀ ਇੱਕ ਸਮੱਸਿਆ ਦਾ ਹੱਲ ਕਰਨ ਵਿੱਚ ਮੈਨੂੰ ਸਹਾਇਤਾ ਦੇ ਸਕਦੀਆਂ ਹਨ। ਤੁਸੀਂ ਆਪਣੀ ਚਿੱਠੀ ਦਾ ਆਰੰਭ ਇਨ੍ਹਾਂ ਹੀ ਸ਼ਬਦਾਂ ਨਾਲ ਕਿਉਂ ਨਹੀਂ ਕੀਤਾ, ਪਰੰਤੂ ਫਾਇਦਾ ਕੀ? ਜੋ ਵੀ ਵਿਗਿਆਪਨ ਦੇਣ ਵਾਲਾ ਮਨੁੱਖ ਐਸੀਆਂ ਬੇਹੂਦਾ ਗੱਲਾਂ ਕਰਦਾ ਹੈ ਜੈਸੀ ਕਿ ਤੁਸੀਂ ਮੈਨੂੰ ਲਿਖੀ ਹੈ, ਉਸਦੇ ਦਿਮਾਗ ਵਿੱਚ ਕੁਝ ਨੁਕਸ ਹੁੰਦਾ ਹੈ। ਅਸੀਂ ਅੱਜ ਕੱਲ੍ਹ ਕੀ ਕਰ ਰਹੇ ਹਾਂ? ਇਹ ਦੱਸਣ ਦੇ ਲਈ ਤੁਹਾਨੂੰ ਚਿੱਠੀ ਲਿਖਣ ਦੀ ਜ਼ਰੂਰਤ ਨਹੀਂ। ਤੁਹਾਨੂੰ ਤਾਂ ਆਪਣੇ ਦਿਮਾਗੀ ਨੁਕਸ ਦੀ ਡਾਕਟਰੀ ਜਾਂਚ ਕਰਾਉਣ ਦੀ ਜ਼ਰੂਰਤ ਹੈ। ਹੁਣ ਜੋ ਮਨੁੱਖ ਆਪਣਾ ਜੀਵਨ ਵਿਗਿਆਪਨ ਦੇਣ ਵਿੱਚ ਲਗਾਉਂਦਾ ਹੈ ਅਤੇ ਜੋ ਉਸਦੇ ਮਾਲ ਨੂੰ ਖਰੀਦਣ ਦੇ ਲਈ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕਲਾ ਵਿੱਚ ਖੁਦ ਨੂੰ ਮਾਹਿਰ ਪ੍ਰਗਟ ਕਰਦਾ ਹੈ, ਜੇ ਉਹੀ ਐਸਾ ਪੱਤਰ ਲਿਖਦਾ ਹੈ ਤਾਂ ਅਸੀਂ ਪੰਸਾਰੀ, ਰੋਟੀ ਵਾਲੇ, ਚਟਾਈ ਵਾਲੇ ਅਤੇ ਸਬਜ਼ੀ ਵਾਲਿਆਂ ਤੋਂ ਕੀ ਉਮੀਦ ਕਰ ਸਕਦੇ ਹਾਂ? ਅੱਛਾ, ਹੁਣ ਇੱਕ ਦੂਸਰੀ ਚਿੱਠੀ ਲਿਖੋ ਜੋ ਲੋਕਾਂ ਦਾ ਮਾਲ ਬਾਹਰ ਭੇਜਣ ਵਾਲੇ ਇੱਕ ਵੱਡੇ ਦਫ਼ਤਰ ਦੇ ਪ੍ਰਬੰਧਕ ਨੇ ਇਸ ਸਿੱਖਿਆ ਪ੍ਰਣਾਲੀ ਦੇ ਇੱਕ ਵਿਦਿਆਰਥੀ ਸ਼੍ਰੀ ਐਡਵਰਡ ਵਰਮਾਇਲਨ ਨੂੰ ਲਿਖੀ ਸੀ। ਜਿਸ ਮਨੁੱਖ ਨੂੰ ਲਿਖੀ ਗਈ ਸੀ ਉਸ ਉੱਤੇ ਇਸ ਦਾ ਕੀ ਪ੍ਰਭਾਵ ਹੋਇਆ, ਇਸ ਨੂੰ ਪੜ੍ਹੋ ਅਤੇ ਫਿਰ ਮੈਂ ਤੁਹਾਨੂੰ ਦੱਸਾਂਗਾ। ਇਹ ਜਰੇਗਾਸ ਸੰਜ ਇਨਸ, 27 ਫਰੰਟ ਸਟਰੀਟ, ਬਰੁਕਲਿਨ NY। ਧਿਆਨ ਦਿਓ, ਸ਼੍ਰੀ ਐਡਵਰਡ ਵਰਮਾਇਨਲ, ਜੈਂਟਲਮੈਨ। ਬਾਹਰ ਮਾਲ ਭੇਜਣ ਦੇ ਸਾਡੇ ਦਫ਼ਤਰ ਦੇ ਕੰਮ ਵਿੱਚ ਰੁਕਾਵਟ ਪੈਂਦੀ ਹੈ ਕਿਉਂਕਿ ਮਾਲ ਜ਼ਿਆਦਾਤਰ ਸਾਡੇ ਕੋਲ ਦੇਰ ਨਾਲ ਤੀਸਰੇ ਪਹਿਰ ਪਹੁੰਚਦਾ ਹੈ। ਇਸ ਨਾਲ ਇੱਕ ਤਾਂ ਕੰਮ ਦੀ ਭੀੜ ਹੋ ਜਾਂਦੀ ਹੈ, ਦੂਜੇ ਸਾਡੇ ਆਦਮੀਆਂ ਨੂੰ ਨਿਯਮਤ ਸਮੇਂ ਤੇ ਬਾਅਦ ਕੰਮ ਕਰਨਾ ਪੈਂਦਾ ਹੈ, ਤੀਜੇ ਛਕੜਿਆਂ ਨੂੰ ਦੇਰ ਹੁੰਦੀ ਹੈ ਅਤੇ ਚੌਥੇ ਕਦੇ-ਕਦੇ ਮਾਲ ਉਸ ਦਿਨ ਬਾਹਰ ਨਹੀਂ ਜਾ ਪਾਉਂਦਾ। 10 ਨਵੰਬਰ ਨੂੰ ਸਾਡੇ ਕੋਲ ਤੁਹਾਡੀ ਕੰਪਨੀ ਦੀਆਂ 510 ਗੱਠਾਂ ਆਈਆਂ ਸਨ ਅਤੇ ਸਾਡੇ ਇੱਥੇ ਸ਼ਾਮ 4:20 ਤੇ ਪਹੁੰਚੀਆਂ ਸਨ। ਮਾਲ ਦੇ ਦੇਰ ਨਾਲ ਪਹੁੰਚਣ ਨਾਲ ਜੋ ਅਨਿੱਛਤ ਨਤੀਜੇ ਪੈਦਾ ਹੁੰਦੇ ਹਨ, ਉਹਨਾਂ ਨੂੰ ਦੂਰ ਕਰਨ ਦੇ ਲਈ ਅਸੀਂ ਤੁਹਾਨੂੰ ਸਹਿਯੋਗ ਦੀ ਪ੍ਰਾਰਥਨਾ ਕਰਦੇ ਹਾਂ। ਇਸ ਲਈ ਸਾਡੀ ਬੇਨਤੀ ਹੈ ਕਿ ਜਿਸ ਦਿਨ ਤੁਸੀਂ ਮਾਲ ਭੇਜਣਾ ਹੋਵੇ ਉਸ ਦਿਨ ਜਾਂ ਤਾਂ ਸਾਰਾ ਮਾਲ ਜਲਦੀ ਭੇਜ ਦਿਆ ਕਰੋ ਜਾਂ ਫਿਰ ਉਸ ਦਾ ਕੁਝ ਹਿੱਸਾ ਸਵੇਰੇ ਭੇਜ ਦਿਆ ਕਰੋ। ਇਸ ਵਿਵਸਥਾ ਨਾਲ ਤੁਹਾਨੂੰ ਲਾਭ ਇਹ ਹੋਵੇਗਾ ਕਿ ਮਾਲ ਦੇਣ ਦੇ ਲਈ ਤੁਹਾਡੇ ਛਕੜਿਆਂ ਨੂੰ ਇੱਥੇ ਦੇਰ ਤੱਕ ਨਹੀਂ ਠਹਿਰਨਾ ਪਵੇਗਾ ਅਤੇ ਤੁਹਾਡਾ ਮਾਲ ਉਸੇ ਦਿਨ ਬਾਹਰ ਭੇਜ ਦਿੱਤਾ ਜਾ ਸਕੇਗਾ। ਤੁਹਾਡਾ ਜਾਬ ਪ੍ਰਬੰਧਕ। ਇਸ ਪੱਤਰ ਨੂੰ ਪੜ੍ਹਨ ਦੇ ਬਾਅਦ ਇਹ ਜਰੇਗਾ ਸੰਜ ਇੰਸ ਦੇ ਵਿਕਰੀ ਵਿਭਾਗ ਦੇ ਮੈਨੇਜਰ ਸ਼੍ਰੀ ਵਰਮਾਇਲ ਨੇ ਹੇਠ ਲਿਖੀ ਟਿੱਪਣੀ ਸਹਿਤ ਉਹ ਪੱਤਰ ਮੇਰੇ ਕੋਲ ਭੇਜ ਦਿੱਤਾ। ਇਸ ਪੱਤਰ ਦਾ ਜੋ ਪ੍ਰਭਾਵ ਚਾਹੀਦਾ ਸੀ ਉਸ ਤੋਂ ਉਲਟਾ ਹੋਇਆ ਹੈ। ਇਹ ਪੱਤਰ ਦਫ਼ਤਰ ਦੀਆਂ ਸਮੱਸਿਆਵਾਂ ਦੇ ਵਰਣਨ ਦੇ ਨਾਲ ਸ਼ੁਰੂ ਹੁੰਦਾ ਹੈ ਜਿਨ੍ਹਾਂ ਵਿੱਚ ਆਮ ਤੌਰ 'ਤੇ ਸਾਨੂੰ ਕੋਈ ਦਿਲਚਸਪੀ ਨਹੀਂ। ਫਿਰ ਸਾਡਾ ਸਹਿਯੋਗ ਮੰਗਿਆ ਗਿਆ ਹੈ ਅਤੇ ਇਸ ਗੱਲ ਦਾ ਵਿਚਾਰ ਤੱਕ ਨਹੀਂ ਕੀਤਾ ਗਿਆ ਕਿ ਇਸ ਵਿੱਚ ਸਾਨੂੰ ਕਿੰਨੀ ਔਖ ਹੋਵੇਗੀ। ਫਿਰ ਅਖੀਰਲੇ ਪਹਿਰੇ ਵਿੱਚ ਇਹ ਗੱਲ ਕਹੀ ਹੈ ਕਿ ਜੇ ਅਸੀਂ ਸਹਿਯੋਗ ਦਈਏ ਸਾਡੇ ਛਕੜਿਆਂ ਨੂੰ ਦੇਰ ਤੱਕ ਨਾ ਠਹਿਰਨਾ ਪਵੇਗਾ ਅਤੇ ਸਾਡਾ ਮਾਲ ਉਸੇ ਦਿਨ ਅੱਗੇ ਭੇਜ ਦਿੱਤਾ ਜਾਵੇਗਾ। ਦੂਸਰੇ ਸ਼ਬਦਾਂ ਵਿੱਚ ਜਿਸ ਗੱਲ ਵਿੱਚ ਸਾਨੂੰ ਸਭ ਤੋਂ ਜ਼ਿਆਦਾ ਦਿਲਚਸਪੀ ਹੈ ਉਹ ਸਭ ਤੋਂ ਪਿੱਛੇ ਲਿਖੀ ਗਈ ਹੈ। ਇਸ ਚਿੱਠੀ ਵਿੱਚ ਸਹਿਯੋਗ ਦੀ ਬਜਾਏ ਸਾਡੇ ਨਾਲ ਵੈਰ ਦਾ ਭਾਵ ਪੈਦਾ ਹੁੰਦਾ ਹੈ। ਆਓ ਦੇਖੀਏ ਕਿ ਇਹ ਚਿੱਠੀ ਇਸ ਤੋਂ ਅੱਛੇ ਢੰਗ ਨਾਲ ਵੀ ਲਿਖੀ ਜਾ ਸਕਦੀ ਹੈ ਜਾਂ ਨਹੀਂ। ਸਾਨੂੰ ਆਪਣੀਆਂ ਸਮੱਸਿਆਵਾਂ ਦੀ ਚਰਚਾ ਵਿੱਚ ਸਮਾਂ ਨਸ਼ਟ ਨਹੀਂ ਕਰਨਾ ਚਾਹੀਦਾ। ਜਿਵੇਂ ਕਿ ਹੈਨਰੀ ਫੋਰਡ ਉਪਦੇਸ਼ ਕਰਦਾ ਹੈ, ਸਾਨੂੰ ਦੂਸਰੇ ਵਿਅਕਤੀਆਂ ਦਾ ਦ੍ਰਿਸ਼ਟੀਕੋਣ ਸਮਝਣਾ ਅਤੇ ਵਸਤੂਆਂ ਨੂੰ ਉਸਦੇ ਅਤੇ ਆਪਣੇ ਦ੍ਰਿਸ਼ਟੀਕੋਣ ਨਾਲ ਦੇਖਣਾ ਚਾਹੀਦਾ ਹੈ। ਇਸ ਨੂੰ ਸ਼ੁੱਧ ਕਰਨ ਦੀ ਇੱਕ ਵਿਧੀ ਇਹ ਹੈ। ਹੋ ਸਕਦਾ ਹੈ ਕਿ ਇਹ ਸਰਬਉੱਤਮ ਵਿਧੀ ਨਾ ਹੋਵੇ, ਪਰੰਤੂ ਕੀ ਇਹ ਉਸ ਤੋਂ ਚੰਗੀ ਨਹੀਂ? ਪਿਆਰੇ ਸ਼੍ਰੀ ਵਰਮਾਇਲਨ, ਤੁਹਾਡੀ ਕੰਪਨੀ ਬਹੁਤ ਅੱਛੀ ਹੈ। ਉਹ 14 ਸਾਲਾਂ ਤੋਂ ਸਾਡੀ ਗ੍ਰਾਹਕ ਹੈ। ਕੁਦਰਤੀ ਹੈ ਕਿ ਅਸੀਂ ਤੁਹਾਡੀ ਇਸ ਪ੍ਰਤੀਪਾਲਕਤਾ ਦੇ ਲਈ ਬਹੁਤ ਧੰਨਵਾਦੀ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਕੰਮ ਜਲਦੀ ਅਤੇ ਚੰਗੀ ਤਰ੍ਹਾਂ ਕਰਿਆ ਕਰੀਏ ਕਿਉਂਕਿ ਤੁਸੀਂ ਸਾਡੀ ਇਸ ਸੇਵਾ ਦੇ ਹੱਕਦਾਰ ਹੋ। ਪਰੰਤੂ ਅਫਸੋਸ ਹੈ ਕਿ ਸਾਡੇ ਲਈ ਐਸਾ ਕਰਨਾ ਸੰਭਵ ਨਹੀਂ ਕਿਉਂਕਿ ਤੁਹਾਡੇ ਛਕੜੇ ਤੀਸਰੇ ਪਹਿਰ ਦੇਰ ਨਾਲ ਬਹੁਤ ਸਾਰਾ ਮਾਲ ਲਿਆਉਂਦੇ ਹਨ, ਜਿਵੇਂ ਕਿ 10 ਨਵੰਬਰ ਨੂੰ ਹੋਇਆ। ਕਿਉਂਕਿ ਹੋਰ ਕਈ ਵਪਾਰੀ ਵੀ ਤੀਸਰੇ ਪਹਿਰੇ ਦੇਰ ਨਾਲ ਮਾਲ ਲਿਆਉਂਦੇ ਹਨ
ਕੁਦਰਤੀ ਇਸ ਨਾਲ ਭੀੜ ਹੋ ਜਾਂਦੀ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਤੁਹਾਡੇ ਛਕੜਿਆਂ ਨੂੰ ਮਜਬੂਰ ਹੋ ਕੇ ਠਹਿਰਨਾ ਪੈਂਦਾ ਹੈ ਅਤੇ ਕਦੇ-ਕਦੇ ਤੁਹਾਡਾ ਮਾਲ ਅੱਗੇ ਭੇਜਣ ਵਿੱਚ ਵੀ ਦੇਰ ਹੋ ਜਾਂਦੀ ਹੈ। ਇਹ ਬੁਰੀ ਗੱਲ ਹੈ, ਬਹੁਤ ਹੀ ਬੁਰੀ ਹੈ। ਇਸ ਤੋਂ ਬਚਣ ਦਾ ਕੀ ਉਪਾਅ ਹੈ? ਜੇ ਸੰਭਵ ਹੋਵੇ ਤੁਹਾਡਾ ਮਾਲ ਦੁਪਹਿਰ ਤੋਂ ਪਹਿਲਾਂ ਸਾਡੇ ਕੋਲ ਪਹੁੰਚ ਜਾਵੇ। ਇਸ ਨਾਲ ਤੁਹਾਡੇ ਛਕੜਿਆਂ ਨੂੰ ਠਹਿਰਨਾ ਨਹੀਂ ਪਵੇਗਾ। ਤੁਹਾਡੇ ਮਾਲ 'ਤੇ ਅਸੀਂ ਤੁਰੰਤ ਧਿਆਨ ਦੇ ਸਕਾਂਗੇ ਅਤੇ ਸਾਡੇ ਕੰਮ ਕਰਨ ਵਾਲੇ ਰਾਤ ਨੂੰ ਜਲਦੀ ਘਰ ਜਾ ਕੇ ਤੁਹਾਡੇ ਇੱਥੋਂ ਦੀਆਂ ਬਣੀਆਂ ਸੁਆਦੀ ਸੇਵੀਆਂ ਖਾ ਸਕਣਗੇ। ਕਿਰਪਾ ਕਰਕੇ ਇਸ ਨੂੰ ਕੋਈ ਸ਼ਿਕਾਇਤ ਨਾ ਸਮਝਣਾ ਅਤੇ ਕਿਰਪਾ ਕਰਕੇ ਇਹ ਵੀ ਮਹਿਸੂਸ ਨਾ ਕਰਨਾ ਕਿ ਮੈਂ ਸਿਆਣਾ ਬਣ ਕੇ ਤੁਹਾਨੂੰ ਧੰਦਾ ਚਲਾਉਣ ਦੀ ਵਿਧੀ ਸਿਖਾ ਰਿਹਾ ਹਾਂ। ਜ਼ਿਆਦਾ ਉੱਤਮ ਢੰਗ ਨਾਲ ਤੁਹਾਡੀ ਸੇਵਾ ਕਰਨ ਦੀ ਇੱਛਾ ਤੋਂ ਹੀ ਪ੍ਰੇਰਿਤ ਹੋ ਕੇ ਇਹ ਚਿੱਠੀ ਲਿਖੀ ਗਈ ਹੈ। ਇਸ ਗੱਲ ਦੀ ਕੁਝ ਪਰਵਾਹ ਨਹੀਂ ਕਿ ਤੁਹਾਡਾ ਮਾਲ ਕਿਸ ਸਮੇਂ ਸਾਡੇ ਇੱਥੇ ਪਹੁੰਚਦਾ ਹੈ। ਅਸੀਂ ਹਮੇਸ਼ਾ ਤੁਹਾਡਾ ਕੰਮ ਖੁਸ਼ੀ-ਖੁਸ਼ੀ ਕਰਾਂਗੇ। ਤੁਹਾਨੂੰ ਕੰਮ ਤੋਂ ਵਿਹਲ ਬਹੁਤ ਘੱਟ ਮਿਲਦੀ ਹੈ। ਕਿਰਪਾ ਕਰਕੇ ਇਸ ਚਿੱਠੀ ਦਾ ਉੱਤਰ ਦੇਣ ਦਾ ਕਸ਼ਟ ਨਾ ਕਰਨਾ। ਤੁਹਾਡਾ ਜਾਬ ਪ੍ਰਬੰਧਕ। ਹਜ਼ਾਰਾਂ ਸੇਲਜ਼ਮੈਨ, ਦੁਕਾਨ ਆਦਿ ਵਿੱਚ ਮਾਲ ਵੇਚਣ 'ਤੇ ਨਿਯੁਕਤ ਵਿਅਕਤੀ, ਥੱਕੇ ਟੁੱਟੇ, ਨਿਰਾਸ਼ ਅਤੇ ਬਹੁਤ ਘੱਟ ਤਨਖਾਹ ਲੈਣ ਵਾਲੇ ਅੱਜ ਜੁੱਤੀਆਂ ਘਸਾਉਂਦੇ ਫਿਰ ਰਹੇ ਹਨ। ਕਿਉਂ? ਕਿਉਂਕਿ ਉਹ ਹਮੇਸ਼ਾ ਉਸੇ 'ਤੇ ਹੀ ਵਿਚਾਰ ਕਰਦੇ ਹਨ ਜਿਸ ਦੀ ਉਹਨਾਂ ਨੂੰ ਜ਼ਰੂਰਤ ਹੈ। ਉਹ ਅਨੁਭਵ ਨਹੀਂ ਕਰਦੇ ਕਿ ਨਾ ਤੁਹਾਨੂੰ ਅਤੇ ਨਾ ਮੈਨੂੰ ਕੋਈ ਚੀਜ਼ ਖਰੀਦਣ ਦੀ ਜ਼ਰੂਰਤ ਹੈ। ਜੇ ਸਾਨੂੰ ਜ਼ਰੂਰਤ ਹੁੰਦੀ ਤਾਂ ਅਸੀਂ ਬਾਹਰ ਜਾ ਕੇ ਉਸ ਨੂੰ ਖਰੀਦ ਲੈਂਦੇ, ਪਰੰਤੂ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਵਿੱਚ ਸਾਡੀ ਦੋਹਾਂ ਦੀ ਰੁਚੀ ਹਮੇਸ਼ਾ ਦੇ ਲਈ ਹੈ। ਜੇ ਕੋਈ ਸੇਲਜ਼ਮੈਨ ਸਾਨੂੰ ਇਹ ਗੱਲ ਦੱਸ ਸਕੇ ਕਿ ਉਸ ਦੀ ਸੇਵਾ ਨਾਲ ਜਾਂ ਉਸ ਦੇ ਮਾਲ ਨਾਲ ਸਾਡੀਆਂ ਸਮੱਸਿਆਵਾਂ ਦੇ ਹੱਲ ਵਿੱਚ ਸਹਾਇਤਾ ਮਿਲੇਗੀ, ਤਾਂ ਫਿਰ ਉਸ ਨੂੰ ਸਾਡੇ ਕੋਲ ਵੇਚਣ ਦੀ ਕੋਸ਼ਿਸ਼ ਕਰਨ ਦੀ ਜ਼ਰੂਰਤ ਨਹੀਂ। ਅਸੀਂ ਆਪਣੇ ਆਪ ਖਰੀਦ ਲਵਾਂਗੇ। ਗਾਹਕ ਇਹ ਅਨੁਭਵ ਕਰਨਾ ਪਸੰਦ ਕਰਦਾ ਹੈ ਕਿ ਮੈਂ ਆਪਣੀ ਇੱਛਾ ਨਾਲ ਖਰੀਦ ਰਿਹਾ ਹਾਂ, ਨਾ ਕਿ ਮੈਨੂੰ ਮਾਲ ਵੇਚਿਆ ਜਾ ਰਿਹਾ ਹੈ। ਫਿਰ ਵੀ ਅਨੇਕ ਲੋਕ ਅਜਿਹੇ ਹਨ ਜੋ ਸਾਰੀ ਉਮਰ ਵੇਚਣ ਦਾ ਕੰਮ ਕਰਦੇ ਹਨ, ਪਰੰਤੂ ਵਸਤੂਆਂ ਨੂੰ ਗਾਹਕ ਦੇ ਦ੍ਰਿਸ਼ਟੀਕੋਣ ਨਾਲ ਦੇਖਣਾ ਨਹੀਂ ਸਿੱਖਦੇ। ਉਦਾਹਰਨ ਦੇ ਤੌਰ 'ਤੇ ਮੈਂ ਫਾਰਸਟ ਹਿਲਜ਼ ਨਾਮਕ ਸਥਾਨ ਵਿੱਚ ਰਹਿੰਦਾ ਹਾਂ। ਇਹ ਵਿਸ਼ਾਲ ਨਿਊਯਾਰਕ ਦੇ ਵਿਚਕਾਰ ਥੋੜ੍ਹੇ ਜਿਹੇ ਘਰਾਂ ਦੀ ਇੱਕ ਛੋਟੀ ਜਿਹੀ ਬਸਤੀ ਹੈ। ਇੱਕ ਦਿਨ ਜਦੋਂ ਮੈਂ ਸਟੇਸ਼ਨ ਨੂੰ ਦੌੜਿਆ ਜਾ ਰਿਹਾ ਸੀ, ਮੈਨੂੰ ਇੱਕ ਜਾਇਦਾਦਾਂ ਨੂੰ ਖਰੀਦਣ ਅਤੇ ਵੇਚਣ ਦਾ ਕੰਮ ਕਰਨ ਵਾਲਾ ਵਿਅਕਤੀ ਮਿਲਿਆ। ਉਹ ਕਈ ਵਰ੍ਹਿਆਂ ਤੋਂ ਲੌਂਗ ਆਈਲੈਂਡ ਵਿੱਚ ਇਹ ਕੰਮ ਕਰਦਾ ਸੀ। ਉਹ ਫਾਰਸਟ ਹਿਲਜ਼ ਤੋਂ ਚੰਗੀ ਤਰ੍ਹਾਂ ਵਾਕਿਫ ਸੀ। ਇਸ ਲਈ ਮੈਂ ਉਸ ਤੋਂ ਪੁੱਛਿਆ ਕਿ ਕੀ ਤੁਹਾਨੂੰ ਪਤਾ ਹੈ ਕਿ ਮੇਰਾ ਪਲਸਤਰ ਦਾ ਘਰ ਧਾਤੂ ਦੀ ਪੱਟੀ ਦਾ ਬਣਿਆ ਹੋਇਆ ਹੈ ਜਾਂ ਮੋਟੀ ਟਾਇਲ ਦਾ? ਉਸਨੇ ਕਿਹਾ, ਮੈਨੂੰ ਪਤਾ ਨਹੀਂ। ਉਸਨੇ ਮੈਨੂੰ ਉਹ ਗੱਲਾਂ ਦੱਸੀਆਂ ਜੋ ਮੈਨੂੰ ਪਹਿਲਾਂ ਤੋਂ ਹੀ ਪਤਾ ਸਨ। ਮੈਂ ਫਾਰਸਟ ਹਿਲਜ਼ ਗਾਈਡਜ਼ ਐਸੋਸੀਏਸ਼ਨ ਤੋਂ ਵੀ ਫੋਨ 'ਤੇ ਪੁੱਛ ਸਕਦਾ ਸੀ। ਦੂਸਰੇ ਦਿਨ ਮੈਨੂੰ ਉਸਦਾ ਪੱਤਰ ਮਿਲਿਆ ਕਿ ਉਸਨੇ ਮੈਨੂੰ ਉਹ ਗੱਲਾਂ ਲਿਖੀਆਂ ਜੋ ਮੈਂ ਜਾਣਨਾ ਚਾਹੁੰਦਾ ਸੀ। ਉਹ ਟੈਲੀਫੋਨ ਦੁਆਰਾ 1 ਮਿੰਟ ਵਿੱਚ ਉਹ ਗੱਲਾਂ ਪੁੱਛ ਕੇ ਦੱਸ ਸਕਦਾ ਸੀ, ਪਰੰਤੂ ਉਸਨੇ ਅਜਿਹਾ ਨਹੀਂ ਕੀਤਾ। ਉਸਨੇ ਮੈਨੂੰ ਫਿਰ ਕਿਹਾ ਕਿ ਤੁਸੀਂ ਖੁਦ ਹੀ ਟੈਲੀਫੋਨ ਕਰਕੇ ਪੁੱਛ ਲਵੋ ਅਤੇ ਫਿਰ ਕਿਹਾ ਕਿ ਮੈਨੂੰ ਆਪਣੀ ਇੰਸ਼ੋਰੈਂਸ ਦਿਓ। ਉਸ ਨੂੰ ਮੇਰੀ ਸਹਾਇਤਾ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਸੀ। ਉਹ ਸਿਰਫ ਆਪਣੀ ਸਹਾਇਤਾ ਕਰਨ ਵਿੱਚ ਹੀ ਅਨੁਰਾਗ ਰੱਖਦਾ ਸੀ। ਮੈਨੂੰ ਉਸ ਨੂੰ ਵਸ਼ ਜੱਗ ਦੀਆਂ ਅਤ ਉੱਤਮ ਛੋਟੀਆਂ ਪੁਸਤਕਾਂ ਅਤੇ ਗੋ ਗਿਬਰ ਅਤੇ ਏ ਫਾਰਚੂਨ ਟੂ ਸ਼ੇਅਰ ਦੇਣੀ ਚਾਹੀਦੀ ਸੀ। ਜੇ ਉਹ ਉਹਨਾਂ ਪੁਸਤਕਾਂ ਨੂੰ ਪੜ੍ਹਨ ਅਤੇ ਉਹਨਾਂ ਦੇ ਤੱਤ ਗਿਆਨ ਉੱਤੇ ਆਚਰਣ ਕਰਦਾ ਤਾਂ ਉਸ ਨੂੰ ਮੇਰੀ ਇੰਸ਼ੋਰੈਂਸ ਲੈਣ ਦੀ ਬਨਿਸਬਤ 1000 ਗੁਣਾ ਜ਼ਿਆਦਾ ਲਾਭ ਹੋਵੇਗਾ। ਵਪਾਰੀ ਲੋਕ ਵੀ ਇਹ ਭੁੱਲ ਕਰਿਆ ਕਰਦੇ ਹਨ। ਕਈ ਵਰ੍ਹੇ ਦੀ ਗੱਲ ਹੈ, ਮੈਂ ਫਿਲੇਡੈਲਫੀਆ ਸ਼ਹਿਰ ਵਿੱਚ ਇੱਕ ਨੱਕ ਅਤੇ ਗਲੇ ਦੇ ਰੋਗਾਂ ਦੇ ਮਾਹਿਰ ਡਾਕਟਰ ਕੋਲ ਗਿਆ। ਮੇਰੇ ਟੌਂਸਿਲਜ਼, ਗਲੇ ਦੋਨੋਂ ਤਰਫ ਸਥਿਤ ਮਾਸ ਗ੍ਰੰਥੀਆਂ ਨੂੰ ਦੇਖਣ ਤੋਂ ਪਹਿਲਾਂ ਹੀ ਉਸਨੇ ਮੇਰਾ ਵਪਾਰ ਪੁੱਛਿਆ। ਉਸ ਨੂੰ ਮੇਰੇ ਰੋਗ ਦੇ ਘੱਟ ਜਾਂ ਜ਼ਿਆਦਾ ਹੋਣ ਵਿੱਚ ਦਿਲਚਸਪੀ ਨਹੀਂ ਸੀ। ਉਸ ਨੂੰ ਮੇਰੇ ਧਨ ਦੇ ਘੱਟ ਜਾਂ ਜ਼ਿਆਦਾ ਹੋਣ ਵਿੱਚ ਦਿਲਚਸਪੀ ਨਹੀਂ ਸੀ। ਉਸ ਨੂੰ ਇਸ ਗੱਲ ਦੀ ਚਿੰਤਾ ਨਹੀਂ ਸੀ ਕਿ ਉਹ ਰੋਗ ਨਿਵਾਰਨ ਵਿੱਚ ਮੇਰੀ ਕਿੰਨੀ ਸਹਾਇਤਾ ਕਰ ਸਕਦਾ ਹੈ। ਉਸ ਦੀ ਪ੍ਰਧਾਨ ਚਿੰਤਾ ਇਹ ਕਿ ਉਹ ਮੈਥੋਂ ਕਿੰਨਾ ਧਨ ਖਿੱਚ ਸਕਦਾ ਹੈ। ਨਤੀਜਾ ਇਹ ਹੋਇਆ ਕਿ ਉਸ ਨੂੰ ਕੁਝ ਵੀ ਨਾ ਮਿਲਿਆ। ਉਸ ਵਿੱਚ ਚਰਿੱਤਰ ਦੀ ਘਾਟ ਦੇਖ ਕੇ ਮੈਨੂੰ ਘਿਰਣਾ ਪੈਦਾ ਹੋਈ।
ਅਤੇ ਮੈਂ ਉਸਦੇ ਦਫ਼ਤਰ 'ਚੋਂ ਬਾਹਰ ਚਲਾ ਆਇਆ। ਸੰਸਾਰ ਉਸ ਪ੍ਰਕਾਰ ਦੇ ਸਵਾਰਥੀ ਅਤੇ ਲੋਭੀ ਲੋਕਾਂ ਨਾਲ ਭਰਿਆ ਪਿਆ ਹੈ। ਇਸ ਲਈ ਉਸ ਦੁਰਲੱਭ ਵਿਅਕਤੀ ਨੂੰ ਜੋ ਨਿਰਸਵਾਰਥ ਭਾਵ ਨਾਲ ਦੂਜਿਆਂ ਦੀ ਸੇਵਾ ਕਰਨ ਦਾ ਯਤਨ ਕਰਦਾ ਹੈ, ਬੜਾ ਲਾਭ ਰਹਿੰਦਾ ਹੈ। ਉਸ ਦੀ ਪ੍ਰਤੀਯੋਗਤਾ ਬਹੁਤ ਹੀ ਥੋੜ੍ਹੀ ਹੁੰਦੀ ਹੈ। ਓਵਨ ਡਾ ਯੰਗ ਕਿਹਾ ਕਰਦਾ ਸੀ, ਜੋ ਮਨੁੱਖ ਖੁਦ ਨੂੰ ਦੂਜੇ ਮਨੁੱਖਾਂ ਦੇ ਸਥਾਨ 'ਤੇ ਰੱਖ ਸਕਦਾ ਹੈ, ਜੋ ਉਹਨਾਂ ਦੇ ਮਨ ਦੀ ਕਿਰਿਆ ਨੂੰ ਸਮਝ ਸਕਦਾ ਹੈ, ਉਸ ਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕਿ ਵਿਧਾਤਾ ਨੇ ਉਸਦੇ ਭਾਗਾਂ ਵਿੱਚ ਕੀ ਲਿਖਿਆ ਹੈ। ਜੇ ਇਸ ਪੁਸਤਕ ਵਿੱਚੋਂ ਤੁਸੀਂ ਸਿਰਫ ਇੱਕ ਗੱਲ ਹੀ ਪ੍ਰਾਪਤ ਕਰ ਲਵੋ, ਅਰਥਾਤ ਤੁਹਾਡੇ ਵਿੱਚ ਹਮੇਸ਼ਾ ਦੂਸਰੇ ਵਿਅਕਤੀ ਦੇ ਦ੍ਰਿਸ਼ਟੀ ਬਿੰਦੂ ਨਾਲ ਵਿਚਾਰ ਕਰਨ ਦੀ ਆਦਤ ਵੱਧ ਜਾਵੇ, ਜੇ ਤੁਸੀਂ ਇਸ ਪੁਸਤਕ ਵਿੱਚੋਂ ਇਹੀ ਇੱਕ ਗੱਲ ਲੈ ਲਵੋ ਤਾਂ ਇਹ ਤੁਹਾਨੂੰ ਲੋਕ ਯਾਤਰਾ ਵਿੱਚ ਇੱਕ ਬੜੇ ਕੰਮ ਦੀ ਚੀਜ਼ ਸਿੱਧ ਹੋਵੇਗੀ। ਬਹੁਤ ਸਾਰੇ ਲੋਕ ਕਾਲਜ ਵਿੱਚ ਸਿੱਖਿਆ ਪਾਉਣ ਜਾਂਦੇ ਹਨ। ਉੱਥੇ ਕਾਲੀਦਾਸ ਅਤੇ ਸ਼ੇਕਸਪੀਅਰ ਪੜ੍ਹਦੇ ਹਨ, ਗਣਨਾ ਪ੍ਰਣਾਲੀ ਦੇ ਸਿਧਾਂਤਾਂ ਦਾ ਪੂਰਾ ਗਿਆਨ ਪ੍ਰਾਪਤ ਕਰਦੇ ਹਨ, ਪਰੰਤੂ ਉਹਨਾਂ ਨੂੰ ਇਸ ਗੱਲ ਦਾ ਕਦੇ ਗਿਆਨ ਨਹੀਂ ਹੁੰਦਾ ਕਿ ਉਹਨਾਂ ਦੇ ਆਪਣੇ ਮਨ ਵਿੱਚ ਕਿਰਿਆ ਕਿਵੇਂ ਹੁੰਦੀ ਹੈ। ਉਦਾਹਰਨ, ਇੱਕ ਸਮੇਂ ਮੈਂ ਦਿਲਕਸ਼ ਢੰਗ ਨਾਲ ਬੋਲਣ ਦੀ ਕਲਾ 'ਤੇ ਕਾਲਜ ਦੇ ਨੌਜਵਾਨਾਂ ਦੇ ਲਈ ਲੈਕਚਰ ਦਿੱਤੇ। ਇਹ ਨੌਜਵਾਨ ਨਿਊਯਾਰਕ ਦੇ ਕੈਰੀਅਰ ਕਾਰਪੋਰੇਸ਼ਨ ਦੀ ਨੌਕਰੀ ਕਰਨ ਜਾ ਰਹੇ ਸਨ। ਇਹ ਸੰਸਥਾ ਦਫ਼ਤਰਾਂ ਦੇ ਭਵਨਾਂ ਅਤੇ ਨਾਟਕਸ਼ਾਲਾਵਾਂ ਨੂੰ ਠੰਡਾ ਕਰਨ ਦਾ ਕੰਮ ਕਰਦੀ ਹੈ। ਉਹਨਾਂ ਵਿੱਚੋਂ ਇੱਕ ਮਨੁੱਖ ਦੂਜਿਆਂ ਨੂੰ ਖੇਲਣ ਦੇ ਲਈ ਪ੍ਰੇਰਨਾ ਕਰਨਾ ਚਾਹੁੰਦਾ ਸੀ। ਉਸਨੇ ਲਗਭਗ ਇਹ ਕਿਹਾ, ਮੈਂ ਚਾਹੁੰਦਾ ਹਾਂ ਕਿ ਤੁਸੀਂ ਲੋਕ ਬਾਹਰ ਆ ਕੇ ਗੇਂਦ ਖੇਲੋ। ਮੈਨੂੰ ਗੇਂਦ ਖੇਲਣਾ ਭਾਉਂਦਾ ਹੈ, ਪਰੰਤੂ ਪਿੱਛੇ ਦੇ 3 ਵਾਰ ਜਦੋਂ ਮੈਂ ਖੇਲ ਘਰ ਵਿੱਚ ਖੇਲਣ ਗਿਆ ਤਾਂ ਖੇਲ ਦੇ ਲਈ ਜ਼ਰੂਰਤਯੋਗ ਲੜਕੇ ਨਹੀਂ ਮਿਲੇ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਭ ਲੜਕੇ ਕੱਲ੍ਹ ਰਾਤ ਖੇਲਣ ਆਓ। ਮੈਂ ਗੇਂਦ ਖੇਲਣਾ ਚਾਹੁੰਦਾ ਹਾਂ। ਕੀ ਤੁਸੀਂ ਕਿਸੇ ਐਸੀ ਚੀਜ਼ ਦਾ ਨਾਂ ਲਿਆ ਜੋ ਤੁਸੀਂ ਚਾਹੁੰਦੇ ਹੋ? ਤੁਸੀਂ ਉਸ ਖੇਲ ਘਰ ਵਿੱਚ ਜਾਣਾ ਨਹੀਂ ਚਾਹੁੰਦੇ ਜਿੱਥੇ ਕੋਈ ਦੂਸਰਾ ਨਹੀਂ ਜਾਂਦਾ, ਠੀਕ ਹੈ ਨਾ? ਉਹ ਕੀ ਚਾਹੁੰਦਾ ਹੈ ਇਸ ਦੀ ਤੁਹਾਨੂੰ ਪਰਵਾਹ ਨਹੀਂ। ਕੀ ਉਹ ਤੁਹਾਨੂੰ ਦਿਖਾ ਸਕਦਾ ਸੀ ਕਿ ਜੋ ਗੱਲਾਂ ਤੁਸੀਂ ਚਾਹੁੰਦੇ ਹੋ ਉਹ ਖੇਲ ਘਰ ਵਿੱਚ ਜਾਣ ਨਾਲ ਮਿਲ ਸਕਦੀਆਂ ਹਨ? ਜ਼ਰੂਰ। ਉਹ ਕਹਿ ਸਕਦਾ ਸੀ ਕਿ ਖੇਲਣ ਨਾਲ ਤੁਹਾਡੀ ਭੁੱਖ ਤੇਜ਼ ਹੋਵੇਗੀ, ਦਿਮਾਗ ਸਾਫ਼ ਹੋਵੇਗਾ, ਚੁਸਤੀ ਆਏਗੀ, ਕੌਤਕ ਹੋਵੇਗਾ, ਕ੍ਰੀੜਾ ਹੋਵੇਗੀ, ਗੇਂਦ ਖੇਲਿਆ ਜਾਵੇਗਾ। ਪ੍ਰੋਫੈਸਰ ਓਵਰਸਟ੍ਰੀਟ ਦਾ ਵਿਵੇਕਪੂਰਨ ਉਪਦੇਸ਼ ਇੱਥੇ ਫਿਰ ਦੁਹਰਾਉਂਦਾ ਹਾਂ, ਜੋ ਇਹ ਕਰ ਸਕਦਾ ਹੈ ਸਾਰਾ ਸੰਸਾਰ ਉਸ ਦੇ ਨਾਲ ਹੈ, ਜੋ ਨਹੀਂ ਕਰ ਸਕਦਾ ਉਹ ਵੀਰਾਨ ਮਾਰਗ 'ਤੇ ਚੱਲਦਾ ਹੈ। ਗ੍ਰੰਥਕਰਤਾ ਦੇ ਟ੍ਰੇਨਿੰਗ ਕੋਰਸ ਦਾ ਇੱਕ ਵਿਦਿਆਰਥੀ ਆਪਣੇ ਛੋਟੇ ਲੜਕੇ ਦੇ ਕਾਰਨ ਚਿੰਤਿਤ ਰਹਿੰਦਾ ਸੀ। ਬਾਲਕ ਦਾ ਭਾਰ ਘੱਟ ਸੀ ਅਤੇ ਉਹ ਭਲੀ ਪ੍ਰਕਾਰ ਖਾਂਦਾ ਨਹੀਂ ਸੀ। ਉਸਦੇ ਮਾਤਾ-ਪਿਤਾ ਸਧਾਰਨ ਵਿਧੀ ਦਾ ਪ੍ਰਯੋਗ ਕਰਦੇ ਸਨ। ਉਹ ਉਸ ਨੂੰ ਝਿੜਕਦੇ ਅਤੇ ਦੋਸ਼ ਕੱਢ ਕੇ ਤੰਗ ਕਰਦੇ ਹਨ। ਮਾਂ ਚਾਹੁੰਦੀ ਹੈ ਕਿ ਤੂੰ ਇਹ ਖਾ ਅਤੇ ਉਹ ਖਾ, ਪਿਤਾ ਚਾਹੁੰਦਾ ਹੈ ਕਿ ਤੂੰ ਵੱਧ ਕੇ ਵੱਡਾ ਆਦਮੀ ਬਣ। ਕੀ ਲੜਕੇ ਨੇ ਇਹਨਾਂ ਬਹਾਨਿਆਂ ਉੱਤੇ ਕੁਝ ਧਿਆਨ ਦਿੱਤਾ? ਠੀਕ ਓਨਾ ਹੀ ਜਿੰਨਾ ਮੁਸਲਮਾਨਾਂ ਦੇ ਤਿਉਹਾਰਾਂ ਉੱਤੇ ਹਿੰਦੂ ਜਾਂ ਹਿੰਦੂਆਂ ਦੇ ਤਿਉਹਾਰਾਂ ਉੱਤੇ ਮੁਸਲਮਾਨ ਧਿਆਨ ਦਿੰਦੇ ਹਨ। ਜਿਸ ਮਨੁੱਖ ਵਿੱਚ ਭੋਰਾ ਭਰ ਵੀ ਅਸ਼ੁਭ ਬੁੱਧੀ ਹੈ, ਉਹ ਕਦੇ ਉਮੀਦ ਨਹੀਂ ਕਰ ਸਕਦਾ ਕਿ ਇੱਕ 3 ਵਰ੍ਹਿਆਂ ਦਾ ਬਾਲਕ 30 ਵਰ੍ਹਿਆਂ ਦੀ ਉਮਰ ਦੇ ਪਿਤਾ ਦੇ ਦ੍ਰਿਸ਼ਟੀਕੋਣ ਤੋਂ ਪ੍ਰਭਾਵਿਤ ਹੋਵੇਗਾ। ਪਰੰਤੂ ਉਹ ਪਿਤਾ ਠੀਕ ਉਸੇ ਗੱਲ ਦੀ ਉਮੀਦ ਕਰਦਾ ਸੀ। ਇਹ ਬੇਹੂਦਗੀ ਸੀ। ਅਖੀਰ ਉਸਨੇ ਇਸ ਦਾ ਅਨੁਭਵ ਕੀਤਾ। ਉਸਨੇ ਆਪਣੇ ਮਨ ਵਿੱਚ ਕਿਹਾ, ਉਹ ਬਾਲਕ ਕੀ ਚਾਹੁੰਦਾ ਹੈ? ਜੋ ਕੁਝ ਮੈਂ ਚਾਹੁੰਦਾ ਹਾਂ ਉਸਨੂੰ ਜੋ ਕੁਝ ਉਹ ਚਾਹੁੰਦਾ ਹੈ ਦੇ ਨਾਲ ਮੈਂ ਕਿਵੇਂ ਬੰਨ੍ਹ ਸਕਦਾ ਹਾਂ? ਜਦੋਂ ਉਸਨੇ ਇਸ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਤਾਂ ਕੰਮ ਸੌਖਾ ਹੋ ਗਿਆ। ਉਸਦੇ ਲੜਕੇ ਦੇ ਕੋਲ ਇੱਕ ਟਰਾਈਸਾਈਕਲ ਸੀ। ਉਸ ਉੱਤੇ ਚੜ੍ਹ ਕੇ ਘਰ ਦੇ ਸਾਹਮਣੇ ਸੜਕ ਦੇ ਉੱਪਰ ਹੇਠਾਂ ਫਿਰਨਾ ਉਸਨੂੰ ਬਹੁਤ ਚੰਗਾ ਲੱਗਦਾ ਸੀ। ਗਲੀ ਦੇ ਨਿਚਲੇ ਪਾਸੇ ਕੁਝ ਘਰ ਛੱਡ ਕੇ ਇੱਕ ਝਗੜਾਲੂ ਰਹਿੰਦਾ ਸੀ। ਇੱਕ ਵੱਡਾ ਲੜਕਾ ਸੀ ਜੋ ਛੋਟੇ ਲੜਕੇ ਨੂੰ ਟਰਾਈਸਾਈਕਲ ਤੋਂ ਨੀਚੇ ਧੱਕ ਕੇ ਉਸ ਉੱਤੇ ਆਪ ਸਵਾਰੀ ਹੋ ਜਾਂਦਾ ਸੀ। ਕੁਦਰਤੀ ਛੋਟਾ ਬਾਲਕ ਚਲਾਉਂਦਾ ਹੋਇਆ ਮਾਂ ਦੇ ਕੋਲ ਭੱਜ ਆਉਂਦਾ ਸੀ ਅਤੇ ਮਾਂ ਨੂੰ ਬਾਹਰ ਆ ਕੇ ਝਗੜਾਲੂ ਨੂੰ ਟਰਾਈਸਾਈਕਲ ਤੋਂ ਉਤਾਰਨ ਅਤੇ ਛੋਟੇ ਬਾਲਕ ਨੂੰ ਫਿਰ ਉਸ ਉੱਤੇ ਬਿਠਾਉਣਾ ਪੈਂਦਾ ਸੀ। ਇਹ ਗੱਲ ਅਕਸਰ ਰੋਜ਼ ਹੀ ਹੁੰਦੀ ਸੀ। ਛੋਟਾ ਬਾਲਕ ਕੀ ਚਾਹੁੰਦਾ ਸੀ, ਇਸ ਦਾ ਉੱਤਰ ਦੇਣ ਦੇ ਲਈ ਕਿਸੇ ਸ਼ੇਰਲਾਕ ਹੋਮਸ ਦੀ ਜ਼ਰੂਰਤ ਨਹੀਂ।
ਉਸ ਦਾ ਅਭਿਮਾਨ, ਉਸ ਦਾ ਕ੍ਰੋਧ, ਮਹੱਤਵ ਦੀ ਭਾਵਨਾ ਦੇ ਲਈ ਉਸ ਦੀ ਇੱਛਾ, ਉਸ ਦੀ ਸਰੀਰ ਰਚਨਾ ਵਿੱਚ ਜਿੰਨੇ ਵੀ ਪ੍ਰਬਲ ਆਵੇਗ ਸਨ, ਉਹ ਸਭ ਉਸ ਨੂੰ ਬਦਲਾ ਲੈਣ, ਝਗੜਾਲੂ ਦਾ ਨੱਕ ਤੋੜਨ ਲਈ ਉਤੇਜਿਤ ਕਰਦੇ ਸਨ। ਜਦੋਂ ਉਸ ਦੇ ਪਿਤਾ ਨੇ ਉਸ ਨੂੰ ਕਿਹਾ ਕਿ ਜੇ ਤੂੰ ਉਹ ਚੀਜ਼ਾਂ ਖਾਵੇਂਗਾ ਜੋ ਤੇਰੀ ਮਾਂ ਤੈਨੂੰ ਖਵਾਉਣਾ ਚਾਹੁੰਦੀ ਹੈ, ਤਾਂ ਇੱਕ ਦਿਨ ਆਵੇਗਾ ਜਦੋਂ ਤੂੰ ਵੱਡੇ ਲੜਕੇ ਦੀ ਅੱਖ ਭੰਨ ਸਕੇਂਗਾ। ਜਦੋਂ ਉਸ ਦੇ ਪਿਤਾ ਨੇ ਉਸ ਨੂੰ ਇਸ ਦਾ ਵਚਨ ਦੇ ਦਿੱਤਾ ਤਾਂ ਫਿਰ ਖਾਣ ਪੀਣ ਦੀ ਸਮੱਸਿਆ ਤੁਰੰਤ ਹੱਲ ਹੋ ਗਈ। ਉਹ ਲੜਕਾ ਦੁੱਧ, ਦਹੀਂ, ਫਲ, ਸਾਗ ਆਦਿ ਸਭ ਕੁਝ ਖਾਣ ਲੱਗਾ ਤਾਂ ਕਿ ਉਹ ਵੱਡਾ ਹੋ ਕੇ ਗੁੰਡੇ ਨੂੰ, ਜਿਸ ਨੇ ਉਸ ਨੂੰ ਇੰਨੀ ਵਾਰ ਬੇਇੱਜ਼ਤ ਕੀਤਾ ਸੀ, ਕੁੱਟ ਸਕੇ। ਉਸ ਸਮੱਸਿਆ ਦਾ ਹੱਲ ਕਰਨ ਦੇ ਬਾਅਦ ਪਿਤਾ ਨੇ ਇੱਕ ਦੂਸਰੀ ਸਮੱਸਿਆ ਨੂੰ ਫੜਿਆ। ਬਾਲਕ ਨੂੰ ਵਿਛਾਉਣੇ ਉੱਤੇ ਮੂਤ ਦੇਣ ਦੀ ਬੁਰੀ ਆਦਤ ਸੀ। ਉਹ ਆਪਣੀ ਦਾਦੀ ਦੇ ਨਾਲ ਸੋਇਆ ਕਰਦਾ ਸੀ। ਸਵੇਰੇ ਉੱਠ ਕੇ ਉਸ ਦੀ ਦਾਦੀ ਚਾਦਰ ਨੂੰ ਭਿੱਜਿਆ ਦੇਖਦੀ ਅਤੇ ਕਹਿੰਦੀ, ਦੇਖ ਜਾਨੀ, ਤੂੰ ਰਾਤ ਫਿਰ ਕੀ ਕਰ ਦਿੱਤਾ? ਬਾਲਕ ਕਹਿੰਦਾ, ਨਹੀਂ, ਮੈਂ ਨਹੀਂ ਕੀਤਾ, ਤੂੰ ਕੀਤਾ ਹੈ। ਡਾਂਟ, ਫਟਕਾਰ, ਥੱਪੜ, ਤਮਾਚਾ, ਬੇਸ਼ਰਮ ਕਰਨਾ, ਵਾਰ-ਵਾਰ ਕਹਿਣਾ ਕਿ ਮਾਂ ਨਹੀਂ ਚਾਹੁੰਦੀ ਕਿ ਤੂੰ ਐਸਾ ਕਰ, ਇਹਨਾਂ ਵਿੱਚੋਂ ਕੋਈ ਵੀ ਗੱਲ ਵਿਛੋਣੇ ਨੂੰ ਸੁਕਾ ਨਾ ਰੱਖ ਸਕੀ। ਇਸ ਲਈ ਮਾਤਾ ਪਿਤਾ ਨੇ ਪੁੱਛਿਆ, ਅਸੀਂ ਕੀ ਕਰੀਏ ਜਿਸ ਨਾਲ ਬਾਲਕ ਚਾਹੇ ਕਿ ਮੈਂ ਵਿਛੋਣੇ ਉੱਤੇ ਮੂਤਣਾ ਛੱਡ ਦਿਆਂ? ਉਸ ਦੀਆਂ ਜ਼ਰੂਰਤਾਂ ਕੀ ਸਨ? ਪਹਿਲੀ, ਉਹ ਦਾਦੀ ਦੀ ਤਰ੍ਹਾਂ ਗਰਾਰਾ ਪਹਿਨਣ ਦੀ ਬਜਾਏ ਰਾਤ ਨੂੰ ਪਿਤਾ ਵਾਂਗ ਪਜਾਮਾ ਪਹਿਨ ਕੇ ਸੌਣਾ ਚਾਹੁੰਦਾ ਸੀ। ਦਾਦੀ ਉਸ ਦੀਆਂ ਰਾਤ ਦੀਆਂ ਬੁਰੀਆਂ ਆਦਤਾਂ ਤੋਂ ਤੰਗ ਆ ਚੁੱਕੀ ਸੀ। ਇਸ ਲਈ ਉਸਨੇ ਖੁਸ਼ੀ-ਖੁਸ਼ੀ ਕਹਿ ਦਿੱਤਾ, ਜੇ ਤੂੰ ਆਪਣੇ ਆਪ ਨੂੰ ਸੁਧਾਰ ਲਏਂਗਾ ਤਾਂ ਮੈਂ ਤੈਨੂੰ ਪਜਾਮਾ ਲੈ ਦਿਆਂਗੀ। ਦੂਸਰੀ, ਉਹ ਆਪਣਾ ਅਲੱਗ ਵਿਛਾਉਣਾ ਚਾਹੁੰਦਾ ਸੀ, ਨੇ ਉਸ ਉੱਤੇ ਇਤਰਾਜ਼ ਨਹੀਂ ਕੀਤਾ। ਉਸ ਦੀ ਮਾਤਾ ਉਸ ਨੂੰ ਇੱਕ ਵੱਡੀ ਦੁਕਾਨ ਉੱਤੇ ਲੈ ਗਈ। ਉੱਥੇ ਜੋ ਲੜਕੀ ਚੀਜ਼ਾਂ ਵੇਚਣ 'ਤੇ ਨਿਯੁਕਤ ਸੀ, ਉਸ ਨੂੰ ਅੱਖ ਦਾ ਇਸ਼ਾਰਾ ਕਰਕੇ ਉਸਨੇ ਕਿਹਾ, ਇਹ ਛੋਟੇ ਮਹਾਸ਼ੈ ਤੁਹਾਡੇ ਕੋਲੋਂ ਕੁਝ ਚੀਜ਼ਾਂ ਖਰੀਦਣੀਆਂ ਚਾਹੁੰਦੇ ਹਨ। ਲੜਕੀ ਨੇ ਉਸ ਨੂੰ ਇਹ ਕਹਿ ਕੇ ਮਹੱਤਵਪੂਰਨ ਅਨੁਭਵ ਕਰਵਾਇਆ, ਚੌਬਰ ਮਹਾਸ਼ੈ, ਮੈਂ ਤੁਹਾਨੂੰ ਕੀ ਦਿਖਾਵਾਂ? ਉਹ ਪ੍ਰਸ਼ੰਸਾ ਨਾਲ ਫੁੱਲ ਗਿਆ ਅਤੇ ਬੋਲਿਆ, ਮੈਂ ਆਪਣੇ ਲਈ ਵਿਛਾਉਣਾ ਖਰੀਦਣਾ ਚਾਹੁੰਦਾ ਹਾਂ। ਉਸ ਨੂੰ ਉਹ ਵਿਛਾਉਣਾ ਦਿਖਾਇਆ ਗਿਆ ਜੋ ਉਸ ਦੀ ਮਾਂ ਚਾਹੁੰਦੀ ਸੀ ਕਿ ਉਹ ਖਰੀਦੇ। ਮਾਂ ਨੇ ਲੜਕੀ ਨੂੰ ਅੱਖ ਨਾਲ ਇਸ਼ਾਰਾ ਕੀਤਾ ਅਤੇ ਲੜਕੇ ਨੂੰ ਉਹੀ ਲੈਣ 'ਤੇ ਸਹਿਮਤ ਕਰ ਲਿਆ ਗਿਆ। ਜਦੋਂ ਰਾਤ ਨੂੰ ਪਿਤਾ ਘਰ ਆਇਆ ਤਾਂ ਛੋਟਾ ਲੜਕਾ ਦੌੜਿਆ ਦਰਵਾਜ਼ੇ 'ਤੇ ਪਹੁੰਚਿਆ ਅਤੇ ਚਿੱਲਾ ਕੇ ਬੋਲਿਆ, ਪਿਤਾ ਜੀ, ਉੱਪਰ ਚੱਲ ਕੇ ਮੇਰਾ ਵਿਛਾਉਣਾ ਦੇਖੋ ਜੋ ਮੈਂ ਖਰੀਦਿਆ ਹੈ। ਪਿਤਾ ਨੇ ਵਿਛਾਉਣੇ ਨੂੰ ਦੇਖ ਕੇ ਚਾਰਲਸ ਵੈਬ ਦੇ ਉਪਦੇਸ਼ ਅਨੁਸਾਰ ਆਚਰਣ ਕੀਤਾ। ਉਹ ਦਿਲੋਂ ਸਮਰਥਨ ਕਰਦਾ ਸੀ ਅਤੇ ਪ੍ਰਸ਼ੰਸਾ ਵਿੱਚ ਕੰਜੂਸੀ ਨਹੀਂ ਕਰਦਾ ਸੀ। ਪਿਤਾ ਨੇ ਪੁੱਛਿਆ, ਹੁਣ ਤੂੰ ਵਿਛਾਉਣੇ ਉੱਤੇ ਕਦੇ ਮਲ ਮੂਤਰ ਨਹੀਂ ਕਰੇਂਗਾ? ਨਹੀਂ, ਮੈਂ ਇਸ ਵਿਛਾਉਣੇ ਉੱਤੇ ਕਦੇ ਮਲ ਮੂਤਰ ਨਹੀਂ ਕਰਾਂਗਾ। ਲੜਕੇ ਨੇ ਆਪਣਾ ਵਚਨ ਰੱਖਿਆ, ਕਿਉਂਕਿ ਇਸ ਵਿੱਚ ਉਸ ਦੇ ਆਤਮ ਅਭਿਮਾਨ ਦਾ ਪ੍ਰੇਸ਼ਨ ਸੀ। ਉਹ ਉਸ ਦਾ ਵਿਛਾਉਣਾ ਸੀ, ਉਸ ਨੂੰ ਇਕੱਲੇ ਉਸਨੇ ਖਰੀਦਿਆ ਸੀ ਤੇ ਹੁਣ ਉਹ ਇੱਕ ਛੋਟੇ ਚੌਬਰ ਮਨੁੱਖ ਦੀ ਤਰ੍ਹਾਂ ਪਜਾਮਾ ਪਹਿਨੇ ਹੋਇਆ ਸੀ। ਉਹ ਇੱਕ ਜਵਾਨ ਪੁਰਸ਼ ਦੀ ਤਰ੍ਹਾਂ ਆਚਰਣ ਕਰਨਾ ਚਾਹੁੰਦਾ ਸੀ ਅਤੇ ਉਸਨੇ ਅਜਿਹਾ ਹੀ ਕੀਤਾ। ਇੱਕ ਦੂਸਰੇ ਪਿਤਾ ਕਟਡਟਸਮੈਨ ਦੀ ਗੱਲ ਸੁਣੋ। ਉਹ ਟੈਲੀਫੋਨ ਇੰਜੀਨੀਅਰ ਸੀ ਅਤੇ ਇਸ ਸਿੱਖਿਆ ਪ੍ਰਣਾਲੀ ਦਾ ਇੱਕ ਵਿਦਿਆਰਥੀ ਸੀ। ਉਸ ਦੀ 3 ਵਰ੍ਹਿਆਂ ਦੀ ਲੜਕੀ ਨਾਸ਼ਤਾ ਖਾਣ ਤੋਂ ਇਨਕਾਰ ਕਰਦੀ ਸੀ। ਡਾਂਟ, ਫਟਕਾਰ, ਫੁਸਲਾਹਟ, ਪਿਆਰ, ਦੁਲਾਰ ਸਭ ਬੇਕਾਰ ਸਾਬਿਤ ਹੋਏ। ਇਸ ਲਈ ਮਾਤਾ ਪਿਤਾ ਨੇ ਆਪਣੇ ਮਨ ਵਿੱਚ ਸੋਚਿਆ, ਅਸੀਂ ਕਿਸ ਪ੍ਰਕਾਰ ਉਸ ਵਿੱਚ ਖਾਣ ਦੀ ਚਾਹ ਪੈਦਾ ਕਰ ਸਕਦੇ ਹਾਂ। ਛੋਟੀ ਲੜਕੀ ਨੂੰ ਆਪਣੀ ਮਾਂ ਦੀ ਨਕਲ ਕਰਨਾ, ਆਪਣੇ ਆਪ ਨੂੰ ਵੱਡੀ ਅਤੇ ਉੱਚੀ ਲੰਬੀ ਅਨੁਭਵ ਕਰਨਾ ਬਹੁਤ ਭਾਉਂਦਾ ਸੀ। ਇਸ ਲਈ ਇੱਕ ਦਿਨ ਉਹਨਾਂ ਨੇ ਉਸ ਨੂੰ ਕੁਰਸੀ ਉੱਤੇ ਬੈਠ ਕੇ ਨਾਸ਼ਤਾ ਤਿਆਰ ਕਰਨ ਦੀ ਆਗਿਆ ਦੇ ਦਿੱਤੀ। ਮੌਕਾ ਆਉਣ 'ਤੇ ਪਿਤਾ ਰਸੋਈ ਘਰ ਵਿੱਚ ਖਿਸਕ ਗਿਆ। ਨਾਸ਼ਤੇ ਦਾ ਭੋਜਨ ਹਿਲਾਉਂਦੇ ਹੋਏ ਲੜਕੀ ਨੇ ਕਿਹਾ, ਆਹਾ ਪਿਤਾ ਜੀ ਦੇਖੋ, ਮੈਂ ਅੱਜ ਨਾਸ਼ਤਾ ਤਿਆਰ ਕਰ ਰਹੀ ਹਾਂ। ਉਸ ਦਿਨ ਉਸ ਕਿਸੇ ਫੁਸਲਾਹਟ ਦੇ ਬਿਨਾਂ ਆਪਣੇ ਆਪ ਅਨਾਜ ਦੀਆਂ 2 ਬੁਰਕੀਆਂ ਖਾ ਗਈ, ਕਿਉਂਕਿ ਉਸ ਵਿੱਚ ਰੁਚੀ ਸੀ। ਉਸ ਨੂੰ ਮਹੱਤਵ ਦੀ ਭਾਵਨਾ ਪ੍ਰਾਪਤ ਹੋ ਗਈ ਸੀ। ਨਾਸ਼ਤੇ ਦਾ ਭੋਜਨ ਤਿਆਰ ਕਰਨ ਵਿੱਚ ਉਸ ਨੂੰ ਆਤਮ ਪ੍ਰਗਟਾਵੇ ਦਾ ਰਸਤਾ ਮਿਲ ਗਿਆ ਸੀ। ਵਿਲੀਅਮ ਵਿਟਰ ਨੇ ਇੱਕ ਵਾਰ ਕਿਹਾ ਸੀ, ਆਤਮ ਪ੍ਰਗਟਾਵਾ ਮਨੁੱਖੀ ਸੁਭਾਅ ਦੀ ਇੱਕ ਪ੍ਰਧਾਨ ਜ਼ਰੂਰਤ ਹੈ। ਇਸ ਮਨੋਬਿਰਤੀ ਦਾ ਪ੍ਰਯੋਗ ਅਸੀਂ ਵਪਾਰ ਵਿੱਚ ਕਿਉਂ ਨਹੀਂ ਕਰ ਸਕਦੇ? ਜਦੋਂ ਸਾਡੇ ਕੋਲ ਇੱਕ ਸੁੰਦਰ ਵਿਚਾਰ ਹੈ, ਬਜਾਏ ਇਸ ਦੇ ਕਿ ਦੂਸਰਿਆਂ ਨੂੰ ਅਸੀਂ ਇਸ ਨੂੰ ਸਾਡਾ ਸਮਝਣ 'ਤੇ ਬੇਬਸ ਕਰੀਏ, ਕਿਉਂ ਨਾ ਉਹਨਾਂ ਨੂੰ ਇਸ ਵਿਚਾਰ ਨੂੰ ਖੁਦ ਪਕਾਉਣ ਅਤੇ ਹਿਲਾਉਣ ਦੇਈਏ। ਫਿਰ ਉਹ ਇਸ ਨੂੰ ਆਪਣਾ ਹੀ ਸਮਝੇਗਾ।
ਉਹ ਇਸ ਨੂੰ ਪਸੰਦ ਕਰੇਗਾ ਅਤੇ ਜ਼ਰੂਰ ਹੀ ਉਸ ਵਿੱਚੋਂ 2 ਬੁਰਕੀਆਂ ਖਾ ਵੀ ਲਵੇਗਾ। ਯਾਦ ਰੱਖੋ, ਪਹਿਲਾਂ ਦੂਸਰੇ ਵਿਅਕਤੀ ਵਿੱਚ ਤੇਜ਼ ਤਮੰਨਾ ਪੈਦਾ ਕਰੋ। ਜੋ ਅਜਿਹਾ ਕਰ ਸਕਦਾ ਹੈ ਉਸ ਦੇ ਨਾਲ ਸਾਰਾ ਸੰਸਾਰ ਹੈ, ਜੋ ਨਹੀਂ ਕਰ ਸਕਦਾ ਉਹ ਵੀਰਾਨ ਮਾਰਗ ਉੱਤੇ ਚੱਲਦਾ ਹੈ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।